ਸੀ ਹਾਲੇਲੂਇਆ। ਸੋ ਮੈਂ ਤੁਹਾਡੇ ਨਾਲ ਅੱਜ ਪੰਜਾਬੀ ਦੇ ਵਿੱਚ ਪ੍ਰਚਾਰ ਕਰਨਾ ਚੰਗਾ ਸਮਝੂਗਾ ਕਿਉਂਕਿ ਮੈਂ ਪੰਜਾਬ ਤੋਂ ਬਿਲੋਂਗ ਕਰਦਾ। ਸੋ ਪਿਤਾ ਪਰਮੇਸ਼ਵਰ ਦੀ ਆਵਾਜ਼ ਜਿਹੜੇ ਵੀ ਅੱਜ ਪੰਜਾਬ ਦੇ ਵਿੱਚ ਬੈਠੇ ਨੇ ਉਹ ਸੁਣਨਗੇ। ਸੋ ਜਿਹੜੇ ਵੀ ਅੱਜ ਫੋਰਨ ਕੰਟਰੀਆਂ ਦੇ ਨਾਲ ਜੁੜੇ ਹੋਏ ਨੇ, ਸੋ ਅਸੀਂ ਸਿੱਧਾ ਹੀ ਹੁਣ ਵਚਨ ਤੇ ਜਾਵਾਂਗੇ। ਸੋ ਸੌਰੀ, ਅਸੀਂ ਕੁਝ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਤੋਂ ਥੋੜੀ ਪ੍ਰੋਬਲਮ ਹੋ ਗਈ ਸੀ, ਕਿਸੇ ਕਾਰਨ ਅਸੀਂ ਜੁੜ ਨਹੀਂ ਸਕੇ, ਡਿਸਕਨੈਕਟ ਹੋ ਗਏ ਸੀ। ਆਓ ਅਸੀਂ ਸਾਰੇ ਜਣੇ ਮਿਲ ਕੇ ਪਹਿਲਾਂ ਵਚਨ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ। ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਅਸੀਂ ਉਸ ਪਿਤਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਵਾਂਗੇ ਜਿਹੜੇ ਪਰਮੇਸ਼ਰ ਨੇ ਸਾਨੂੰ ਅੱਜ ਦਾ ਦਿਨ ਦੇਖਣ ਦੇ ਲਈ ਦਿੱਤਾ ਔਰ ਸੁੱਖਾਂ ਦੀ ਰਾਤ ਵੀ ਬਤੀਤ ਕਰਵਾਉਣੀ ਆ ਪਿਤਾ ਪਰਮੇਸ਼ਰ ਨੇ, ਤੇ ਆਪਣੇ ਵੱਡੇ ਵੱਡੇ ਕੰਮ ਵੀ ਸਾਡੇ ਤੋਂ ਕਰਵਾਉਣੇ ਨੇ। ਆਓ ਆਪਾਂ ਸਾਰੇ ਜਣੇ ਅੱਖਾਂ ਬੰਦ ਕਰਕੇ ਉਸ ਪਿਤਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਚੱਲੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰਾਨਾ ਕਰਦੇ ਹਾਂ ਮੇਰੇ ਪਿਤਾ, ਮੇਰੇ ਪਰਮੇਸ਼ਰ, ਮੇਰੇ ਪ੍ਰਭੂ। ਆਓ ਪਵਿੱਤਰ ਆਤਮਾ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਆਪਣੇ ਵਚਨ ਨੂੰ ਖੋਲਣ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਜੀ, ਜਿਹੜੇ ਜਿਹੜੇ ਭੈਣ ਭਰਾ ਸਾਨੂੰ ਲਾਈਵ ਦੇਖ ਰਹੇ ਨੇ ਔਰ ਪਿਤਾ ਪਰਮੇਸ਼ਵਰ ਜਿੱਥੇ ਜਿੱਥੇ ਵੀ ਤੇਰੀ ਆਵਾਜ਼ ਆ ਰਹੀ ਹੈ ਪ੍ਰਭੂ ਜੀ, ਇੱਕ ਇੱਕ ਜਨ ਨੂੰ ਅੱਜ ਸੁਪਰ ਬਲੈਸ ਕਰ ਦਿਓ ਮੇਰੇ ਪਿਤਾ, ਮੇਰੇ ਪਰਮੇਸ਼ਵਰ। ਕੋਈ ਵੀ ਸ਼ੈਤਾਨ ਦੀ ਤਾਕਤ, ਅੱਜ ਗੰਦੀ ਬਿਮਾਰੀ ਇਹਨਾਂ ਦੇ ਉੱਤੇ, ਸੁਣਨ ਵਾਲਿਆਂ ਦੇ ਉੱਤੇ ਆਪਣਾ ਕੰਮ ਨਾ ਕਰ ਸਕੇ ਮੇਰੇ ਯਹੋਵਾ ਪਿਤਾ ਪਰਮੇਸ਼ਵਰ ਜੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ। ਮੇਰੇ ਬੁੱਲਾਂ ਦੀ ਰਾਖੀ ਕਰੋ ਪਿਤਾ ਪਰਮੇਸ਼ਵਰ ਜੀ। ਪਵਿੱਤਰ ਆਤਮਾ ਦੇ ਦੁਆਰਾ ਜੋ ਵੀ ਬੋਲਿਆ ਜਾਵੇ ਅੱਜ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਪਿਤਾ ਪਰਮੇਸ਼ਵਰ ਵੱਡੇ ਵੱਡੇ ਕੰਮ ਹੋਣ ਤੇਰੇ ਨਾਮ ਦੇ ਵਿੱਚ ਮੇਰੇ ਯਹੋਵਾ ਪਿਤਾ ਪਰਮੇਸ਼ਵਰ। ਅਸੀਂ ਪ੍ਰਾਰਥਨਾ ਕਰਦੇ ਹਾਂ ਤੇਰੇ ਮਿੱਠੇ ਦੇ ਜਲਾਲੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਜੀ। ਜਿੰਨੇ ਵੀ ਅਸੀਂ ਇਸ ਟਾਈਮ ਲਾਈਵ ਹੋ ਕੇ ਅਸੀਂ ਪੂਰੇ ਇੰਡੀਆ ਦੇ ਲਈ, ਪੂਰੇ ਵਰਲਡ ਦੇ ਲਈ ਪਿਤਾ ਪਰਮੇਸ਼ਵਰ ਪ੍ਰਾਰਥਨਾ ਕਰਦੇ ਹਾਂ। ਔਰ ਪਿਤਾ ਪਰਮੇਸ਼ਵਰ ਜੀ, ਅੱਜ ਦਾ ਤੇਰਾ ਵਚਨ ਪਿਤਾ ਪਰਮੇਸ਼ਵਰ ਸੱਚਮੁੱਚ ਬਰਕਤ ਦਾ ਕਾਰਨ ਬਣੇ। ਜਿਹੜੇ ਭੈਣ ਭਰਾ ਸੁਣ ਰਹੇ ਨੇ ਪਿਤਾ ਪਰਮੇਸ਼ਵਰ ਜੀ, ਸਾਨੂੰ ਦੇਖ ਰਹੇ ਨੇ, ਲਾਈਵ ਦੇਖ ਰਹੇ ਨੇ, ਔਰ ਪ੍ਰਭੂ ਉਹਨਾਂ ਦੀਆਂ ਜ਼ਿੰਦਗੀਆਂ 'ਚ ਵੱਡੇ ਕੰਮ ਹੋਣ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਜਿੱਥੇ ਵੀ ਤੇਰੇ ਦਾਸ ਦੀ ਆਵਾਜ਼ ਆਵੇ, ਉਹ ਆਵਾਜ਼ ਪਿਤਾ ਪਰਮੇਸ਼ਵਰ ਸ਼ੈਤਾਨ ਨੂੰ ਦੂਰ ਕਰਦੀ ਜਾਵੇ ਤੇ ਤੇਰੇ ਲੋਕਾਂ ਨੂੰ ਆਜ਼ਾਦ ਕਰਦੀ ਜਾਵੇ। ਔਰ ਮੇਰੇ ਪਿਤਾ ਪਰਮੇਸ਼ਵਰ ਜੀ, ਅਸੀਂ ਇਹ ਸਾਰੀ ਦੁਆ ਪ੍ਰਾਰਥਨਾ ਮਿਲ ਕੇ ਮੰਗਦੇ ਹਾਂ ਸਾਡੇ ਉਧਾਰ ਕਰਤਾ, ਸਾਡੇ ਮੁਕਤੀਦਾਤਾ, ਸਾਡੇ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਦੇ ਜਲਾਲੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ, ਆਮੇਨ, ਹਾਲੇਲੂਇਆ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਰਮੇਸ਼ਵਰ ਦੇ ਮਿੱਠੇ ਦੇ ਜਲਾਲੀ ਨਾਮ ਦੇ ਵਿੱਚ ਸਾਰਿਆਂ ਨੂੰ ਪਾਸਟਰ ਗੁਰਚਰਨ ਸਿੰਘ ਜੀ ਦੇ ਵੱਲੋਂ ਪਿਆਰ ਨਾਲ ਭਰੀ ਤੇ ਸ਼ਾਇਦ ਨਾਲੋਂ ਵੀ ਮਿੱਠੀ ਸਾਰਿਆਂ ਨੂੰ ਜੈ ਮਸੀਹ ਦੀ ਪ੍ਰਵਾਨ ਕਰਨਾ। ਔਰ ਜਿੰਨੇ ਮੈਨੂੰ ਇਸ ਟਾਈਮ ਦੇਖ ਰਹੇ ਨੇ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇ। ਆਓ ਅਸੀਂ ਜਦੋਂ ਪਵਿੱਤਰ ਕਲਾਮ ਨੂੰ ਪੜ੍ਹਦੇ ਹਾਂ ਤਾਂ ਪਵਿੱਤਰ ਕਲਾਮ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਰਸੂਲਾਂ ਦੇ ਕਰਤੱਵ ਉਹਦੀ 20 ਅਧਿਆਏ ਤੇ ਉਹਦੀ 21 ਆਇਤ ਤੋਂ ਜਦੋਂ ਅਸੀਂ ਪੜਾਂਗੇ, ਰਸੂਲਾਂ ਦੇ ਕਰਤੱਵ ਉਹਦੀ 20 ਅਧਿਆਏ ਉਹਦੀ 21 ਆਇਤ ਤੋਂ ਜਦੋਂ ਪੜਾਂਗੇ ਤਾਂ ਇਸ ਜਗ੍ਹਾ ਤੇ ਵਚਨ ਕੀ ਕਹਿ ਰਹੇ ਸਨ। ਕਹਿੰਦਾ, ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ਰ ਦੇ ਅੱਗੇ ਤੌਬਾ ਕਰੋ ਔਰ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਨਿਸ਼ਚਾ ਕਰੋ। ਹਾਲੇਲੂਇਆ। ਵਚਨ ਮੈਂ ਦੁਬਾਰਾ ਫਿਰ ਰੀਡ ਕਰ ਦਿੰਦਾ। ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ। ਇਸ ਜਗ੍ਹਾ ਤੇ ਵਚਨ ਦੱਸ ਰਿਹਾ ਕਿ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦਿੱਤੀ ਕਿ ਪਰਮੇਸ਼ਰ ਜੀ ਦੇ ਅੱਗੇ ਤੌਬਾ ਕਰੋ ਔਰ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰੋ। ਹਾਲੇਲੂਇਆ। ਸੋ ਮੇਰੇ ਪਿਆਰਿਓ, ਵਚਨ ਕੀ ਸਾਨੂੰ ਦੱਸਦਾ, ਅੱਜ ਜੋ ਵਚਨ ਦਾ ਕਲਾਮ ਸਾਨੂੰ ਇਹ ਗੱਲਾਂ ਦੱਸਦਾ ਕਿ ਸਾਨੂੰ ਤੌਬਾ ਕਰਨੀ ਚਾਹੀਦੀ ਹੈ, ਕਿ ਅੱਜ ਸਾਨੂੰ ਆਪਣੇ ਪਾਪਾਂ ਤੋਂ ਤੌਬਾ ਕਰਨੀ ਚਾਹੀਦੀ ਹੈ। ਅੱਜ ਅਸੀਂ ਸੋਚਦੇ ਤਾਂ ਹਾਂ ਕਿ ਅਸੀਂ ਮੈਨੇ ਬਪਤਿਸਮਾ ਲੈ ਲਿਆ, ਮੈਂ ਪ੍ਰਭੂ ਦੇ ਵਿੱਚ ਚੱਲਦਾ ਹਾਂ, ਮੇਰੀ ਪ੍ਰੇਅਰ ਬਹੁਤ ਵਧੀਆ ਆ, ਲੇਕਿਨ ਦਿਲ ਦੇ ਵਿੱਚੋਂ ਕਿਤੇ ਨਾ ਕਿਤੇ ਸਾਡੇ ਕਪਟ ਨਹੀਂ ਜਾਂਦਾ। ਹਾਲੇਲੂਇਆ। ਸੋ ਜਦੋਂ ਅਸੀਂ ਪਵਿੱਤਰ ਸ਼ਾਸਤਰ ਦੇ ਵਿੱਚੋਂ ਦੇਖਦੇ ਹਾਂ, ਜਿੰਨਾ ਚਿਰ ਅਸੀਂ ਆਪਣੀਆਂ ਗਲਤੀਆਂ ਨੂੰ ਮਾਫ ਕਰਕੇ
ਅਸੀਂ ਪਿਤਾ ਪਰਮੇਸ਼ਵਰ ਜੀ ਦੇ ਸਨਮੁਖ ਖੜੇ ਨਹੀਂ ਹੋ ਜਾਂਦੇ, ਉਦੋਂ ਤੱਕ ਪਿਤਾ ਪਰਮੇਸ਼ਵਰ ਸਾਨੂੰ ਆਜ਼ਾਦੀ ਨਹੀਂ ਬਖਸ਼ਦਾ। ਹਾਲੇਲੂਇਆ। ਸੋ ਅੱਜ ਅਸੀਂ ਬਹੁਤ ਗਹਿਰੀਆਂ ਗੱਲਾਂ ਕਰਨੀਆਂ ਨੇ ਇਸ ਵਚਨ ਦੇ ਦੁਆਰਾ। ਸੋ ਜਿੰਨੇ ਵੀ ਇਸ ਟਾਈਮ ਸਾਨੂੰ ਲਾਈਵ ਦੇਖ ਰਹੇ ਨੇ, ਸਾਰੇ ਆਪਣੇ ਆਪਣੇ ਪਵਿੱਤਰ ਸ਼ਾਸਤਰਾਂ ਨੂੰ ਖੋਲੋ ਤੇ ਪਵਿੱਤਰ ਸ਼ਾਸਤਰ ਦੇ ਵਿੱਚੋਂ ਦੇਖਾਂਗੇ ਅਸੀਂ ਇਹੀ ਵਚਨ। ਜਦੋਂ ਅਸੀਂ ਦੇਖਦੇ ਹਾਂ ਤਾਂ ਪਵਿੱਤਰ ਬਾਈਬਲ ਸਾਨੂੰ ਕੀ ਬਿਆਨ ਕਰਦੇ ਨੇ ਤੌਬਾ ਕਰਨ ਦੇ ਲਈ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਇੱਕ ਵਿਚਾਰਨ ਔਰਤ ਸੀ ਜਿਹੜੀ ਪਵਿੱਤਰ ਸ਼ਾਸਤਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਆ ਕੇ ਗਿਰੀ ਤੇ ਉਹ ਪਿਤਾ ਪਰਮੇਸ਼ਵਰ ਜੀ ਦੇ ਪੈਰਾਂ ਨੂੰ ਸਾਫ਼ ਕਰ ਰਹੀ ਆਪਣੇ ਹੰਝੂਆਂ ਦੇ ਨਾਲ। ਸੋ ਜਿਹੜੇ ਦੇਖਣ ਵਾਲੇ ਸੀ ਉਹ ਕਹਿੰਦੇ ਸੀ, ਦੇਖੋ ਇਹਨੇ ਤਾਂ ਯਿਸੂ ਨੂੰ ਵੀ ਨਹੀਂ ਛੱਡਿਆ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਸੀ ਉਹ ਬੜੀ ਗਲਤ ਸੀ। ਇਹਨੇ ਤਾਂ ਯਿਸੂ ਨੂੰ ਵੀ ਨਹੀਂ ਛੱਡਿਆ। ਲੇਕਿਨ ਯਿਸੂ ਮਸੀਹ ਜੀ ਨੇ ਇੱਕੋ ਗੱਲ ਕਹੀ, ਉਹਨਾਂ ਦੀ ਨਿਸ਼ਚਾ ਨੂੰ ਦੇਖ ਕੇ ਇੱਕੋ ਗੱਲ ਬਿਆਨ ਕਰਦੇ ਨੇ ਕਿ ਦੋ ਕਰਜ਼ਦਾਰ ਹੁੰਦੇ ਨੇ, ਇੱਕ ਨੇ ਘੱਟ ਕਰਜ਼ਾ ਦੇਣਾ ਤੇ ਇੱਕ ਨੇ ਜ਼ਿਆਦਾ ਕਰਜ਼ਾ ਦੇਣਾ, ਤੇ ਕਰਜ਼ਾ ਲੈਣ ਵਾਲਾ ਦੋਨਾਂ ਦੇ ਕਰਜ਼ੇ ਨੂੰ ਕੀ ਕਰ ਦਿੰਦਾ, ਮਾਫ ਕਰ ਦਿੰਦਾ। ਸੋ ਸਭ ਤੋਂ ਜ਼ਿਆਦਾ ਖੁਸ਼ੀ ਕਿਸ ਨੂੰ ਹੋਏਗੀ? ਸੋ ਜਿਹੜੇ ਨਜ਼ਦੀਕ ਬੈਠੇ ਸੀ ਉਹ ਬੋਲੇ ਕਿ ਪ੍ਰਭੂ ਜੀ ਸਭ ਤੋਂ ਜ਼ਿਆਦਾ ਖੁਸ਼ੀ ਉਸ ਨੂੰ ਹੋਏਗੀ ਜਿਹਦੇ ਜ਼ਿਆਦਾ ਪੈਸੇ ਮਾਫ ਕੀਤੇ ਹੋਏ ਨੇ। ਕਿਉਂ? ਤਾਂ ਫਿਰ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਜੀ ਕਹਿੰਦੇ ਨੇ ਕਿ ਇਹਦੇ ਵੀ ਜ਼ਿਆਦਾ ਪਾਪ ਸੀ, ਇਹਦੇ ਪਾਪ ਜ਼ਿਆਦਾ ਮਾਫ ਹੋਏ, ਤਾਂ ਕਰਕੇ ਇਹਨੇ ਮੇਰੇ ਪੈਰਾਂ ਨੂੰ ਆਪਣੇ ਹੰਝੂਆਂ ਦੇ ਨਾਲ ਧੋਇਆ ਤੇ ਆਪਣੇ ਵਾਲਾਂ ਦੇ ਨਾਲ ਸਾਫ਼ ਕੀਤਾ। ਹਾਲੇਲੂਇਆ। ਸੋ ਉਹਦੇ ਪਾਪ ਕਦੋਂ ਮਾਫ ਹੋਏ? ਜਦੋਂ ਉਹਨੇ ਤੌਬਾ ਕੀਤੀ, ਜਦੋਂ ਉਹਨੇ ਤੌਬਾ ਕੀਤੀ। ਸੋ ਇੱਕ ਮਨੁੱਖ ਜਦੋਂ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਜਿਹੜਾ ਪਰਮੇਸ਼ਰ ਦੀ ਪ੍ਰਾਰਥਨਾ ਵੀ ਕਰਦਾ ਸੀ, ਆਰਾਧਨਾ ਵੀ ਕਰਦਾ ਸੀ, ਬਾਈਬਲ ਵੀ ਪੜ੍ਹਦਾ ਸੀ, ਰੀਡ ਵੀ ਕਰਦਾ ਸੀ, ਦਸਵਾਂਸ ਵੀ ਦਿੰਦਾ ਸੀ, ਲੇਕਿਨ ਉਹ ਕੀ ਕਹਿੰਦਾ? ਕਹਿੰਦਾ ਠੀਕ ਹੈ ਕਿ ਪ੍ਰਭੂ ਮੈਂ ਇਹਦੇ ਚੁੰਗੀ ਲੈਣ ਵਾਲੇ ਵਰਗਾ ਨਹੀਂ ਆ। ਦੇਖੋ ਮੈਂ ਦਸਵਾਂਸ ਵੀ ਦਿੰਦਾ ਪ੍ਰਭੂ ਜੀ, ਮੈਂ ਪ੍ਰਾਰਥਨਾ ਵੀ ਕਰਦਾ ਹਾਂ, ਪਰ ਮੈਂ ਚੁੰਗੀ ਲੈਣ ਵਾਲੇ ਜਿਹਾ ਨਹੀਂ ਆ। ਸੋ ਹੁਣ ਜਿਹੜਾ ਚੁੰਗੀ ਲੈਣ ਵਾਲਾ ਸੀ ਉਹ ਗਿਰ ਕੇ ਕੀ ਕਰ ਰਿਹਾ? ਤੌਬਾ ਕਰ ਰਿਹਾ ਹੈ। ਕੀ ਕਰ ਰਿਹਾ? ਉਹ ਕਦਮਾਂ 'ਚ ਡਿੱਗ ਕੇ ਤੌਬਾ ਕਰ ਰਿਹਾ ਕਿ ਪਿਤਾ ਪਰਮੇਸ਼ਵਰ ਮੈਨੂੰ ਮਾਫ ਕਰ, ਮੈਨੂੰ ਮਾਫ ਕਰ, ਮੈਂ ਚੁੰਗੀ ਲੈਣ ਵਾਲਾ ਆ, ਮੇਰੇ ਪਾਪਾਂ ਨੂੰ ਮਾਫ ਕਰ। ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ, ਅੱਜ ਤੌਬਾ ਕਰਨੀ ਕੋਈ ਵੀ ਪਸੰਦ ਨਹੀਂ ਕਰਦਾ। ਭਾਵੇਂ ਅੱਜ ਮਸੀਹ ਨੂੰ ਲੋਕ ਜਾਣਦੇ ਨੇ, ਲੇਕਿਨ ਅੱਜ ਵੀ ਦੁਨੀਆਦਾਰੀ ਦੇ ਕੰਮ ਸਾਡੇ ਜੀਵਨਾਂ ਦੇ ਵਿੱਚ ਚੱਲ ਰਹੇ ਨੇ। ਅੱਜ ਵੀ ਸਾਡੇ ਕਿਤੇ ਨਾ ਕਿਤੇ ਸਾਡਾ ਜ਼ਮੀਰ ਹੈ ਜਿਹੜਾ, ਨਾਮ ਤਾਂ ਸਾਡੇ ਪਿੱਛੇ ਮਸੀਹ ਜ਼ਰੂਰ ਲੱਗ ਗਿਆ, ਲੇਕਿਨ ਸਾਡਾ ਜਿਹੜਾ ਪੁਰਾਣਾ ਜੀਵਨ ਅੱਜ ਵੀ ਚੱਲ ਰਿਹਾ। ਪਿਤਾ ਪਰਮੇਸ਼ਵਰ ਜੀ ਕੀ ਕਹਿ ਰਹੇ ਨੇ? ਵਚਨ ਸਾਨੂੰ ਕੀ ਕਹਿੰਦਾ? ਪੁਰਾਣੀਆਂ ਗੱਲਾਂ ਬੀਤ ਗਈਆਂ, ਸਭ ਨਵੀਆਂ ਹੋ ਗਈਆਂ। ਨਵਾਂ ਕੀ ਹੋਇਆ ਸਾਡੇ ਵਿੱਚ? ਕੀ ਸਾਨੂੰ ਬਲੇਸਿੰਗ ਕਿਹੜੀ ਮਿਲੀ ਹੈ? ਕਿਵੇਂ ਸਾਡੇ ਨਾਲ ਪਿਤਾ ਪਰਮੇਸ਼ਵਰ ਜੀ ਕੰਮ ਕਰਦੇ ਨੇ? ਸੋ ਅੱਜ ਸਾਨੂੰ ਪਿਤਾ ਪਰਮੇਸ਼ਵਰ ਜੀ ਦੇ ਹੁਕਮ ਨੂੰ ਮੰਨਣ ਦੀ ਜ਼ਰੂਰਤ ਹੈ। ਅੱਜ ਜੇਕਰ ਸਾਡੇ ਤੋਂ ਪਹਿਲਾ ਨੰਬਰ ਤਾਂ ਇਹ ਕਿ ਜਿਹੜੇ ਅਸੀਂ ਯਿਸੂ ਨੂੰ ਜਾਣ ਲੈਂਦੇ ਆ, ਉਹਦੇ ਪਿਆਰ ਨੂੰ ਜਾਣ ਲੈਂਦੇ ਆ, ਉਹਦੇ ਹੁਕਮ ਨੂੰ ਜਾਣ ਲੈਂਦੇ ਆ, ਉਹਦੇ ਫਾਸਟਿੰਗ ਪੀਰੀਅਡ ਦੇ ਵਿੱਚ ਜਾਣ ਦਿੰਦੇ ਆ, ਅਸੀਂ ਫੇਰ ਵੀ ਪਾਪ ਤੇ ਪਾਪ ਕਰਦੇ ਆ, ਫਿਰ ਸਾਡੇ ਤੋਂ ਵੱਧ ਮੂਰਖ ਕੋਈ ਨਹੀਂ ਹੈ। ਇਸੇ ਕਰਕੇ ਅੱਜ ਸਾਨੂੰ ਬਰਕਤਾਂ ਨਹੀਂ ਮਿਲਦੀਆਂ, ਕਿਉਂਕਿ ਵਚਨ ਦੱਸਦਾ ਕਹਿੰਦੇ ਜਿਹੜੇ ਪਹਿਲੇ ਨੇ ਉਹ ਪਿੱਛੇ ਕੀਤੇ ਜਾਣਗੇ, ਜਿਹੜੇ ਪਿਛਲੇ ਨੇ ਉਹ ਪਹਿਲੇ ਕੀਤੇ ਜਾਣਗੇ। ਕਿਉਂ? ਕਿਉਂਕਿ ਜਿਹੜੇ ਪਹਿਲੇ ਕੀਤੇ ਗਏ ਸੀ ਉਹਨਾਂ ਨੇ ਅੱਜ ਵੀ ਪਾਪ ਕਰਨਾ ਨਹੀਂ ਛੱਡਿਆ, ਅੱਜ ਵੀ ਗਲਤੀਆਂ ਕਰਨੀਆਂ ਨਹੀਂ ਛੱਡੀਆਂ, ਅੱਜ ਵੀ ਯਿਸੂ ਮਸੀਹ ਦੇ ਨਾਲ ਤਾਂ ਚੱਲਦੇ ਨੇ, ਲੇਕਿਨ ਜੀਵਨ ਉਹੀ ਪੁਰਾਣਾ ਪਿਆ। ਲੇਕਿਨ ਜਿਹੜੇ ਪਿੱਛੇ ਸੀਗੇ ਉਹਨਾਂ ਨੇ ਪਰਮੇਸ਼ਵਰ ਜੀ ਦੀਆਂ ਗੱਲਾਂ ਵੀ ਮੰਨੀਆਂ, ਪਰਮੇਸ਼ਵਰ ਜੀ ਦੇ ਹੁਕਮ ਨੂੰ ਵੀ ਮੰਨਿਆ, ਉਹ ਫਿਰ ਵੀ ਪਿਤਾ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਗਏ, ਉਹੀ ਪਰਮੇਸ਼ਵਰ ਨੂੰ ਪਸੰਦ ਆਏ। ਸੋ ਅੱਜ ਮੈਂ ਤੁਹਾਨੂੰ ਦੱਸ ਦਿੰਦਾ, ਪਾਸਟਰ ਗੁਰਚਰਨ ਸਿੰਘ ਜੀ ਦੀ ਛੋਟੀ ਜਿਹੀ ਇੱਕ ਟੈਸਟਮਨੀ ਹੈ ਕਿ ਅੱਜ ਮੇਰੀ ਉਮਰ ਜਿਹੜੀ ਹੈਗੀ 30-32 ਸਾਲ ਦੀ ਜਿਹੜੀ ਹੋਈ ਹੈ, ਔਰ ਪਿਤਾ ਪਰਮੇਸ਼ਵਰ ਜੀ ਨੇ ਮੈਨੂੰ 20 ਸਾਲ ਦੀ ਉਮਰ ਦੇ ਵਿੱਚ ਸੇਵਕਾਈ ਦੇ ਲਈ ਚੁਣਿਆ ਸੀ। ਔਰ ਸੇਵਕਾਈ ਤੋਂ ਪਹਿਲਾਂ ਮਾਈ ਲਾਈਫ ਇਜ਼ ਵੈਰੀ ਡਿਸਗਸਟਿੰਗ, ਮੇਰੀ ਜ਼ਿੰਦਗੀ ਸੀ ਜਿਹੜੀ ਉਹ ਬਹੁਤ ਹੀ
गंदी सी, बहुत ही नशे वाली सी, बहुत ही व्यभिचारिक सी, बहुत ही डेंजरस सी, बहुत ही बदमाशी वाली सी। सो पिता परमेश्वर ने ਜਿਹੜਾ ਮੈਨੂੰ ਬਦਲ ਸਕਦਾ, ਮੈਂ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੁੰਦਾ ਸੀ, ਜਿਹੜੀ ਅੱਜ ਦਲਦਲ ਦੇ ਵਿੱਚੋਂ ਮੈਨੂੰ ਉਹ ਯਾਦ ਵੀ ਨਹੀਂ ਆਉਣ ਦਿੱਤੀ ਪਿਤਾ ਪਰਮੇਸ਼ਵਰ ਨੇ। ਕਿਉਂ ਕੀ ਸੀ? ਜਦੋਂ ਮੈਨੂੰ ਸੁੱਖ ਦਾ ਸਾਹ ਵੀ ਨਹੀਂ ਸੀ ਆਉਂਦਾ, ਜਦੋਂ ਮੈਨੂੰ ਸ਼ਾਂਤੀ ਵੀ ਨਹੀਂ ਸੀ ਮਨ ਨੂੰ, ਲੇਕਿਨ ਅੱਜ ਮੇਰੇ ਪਿਤਾ ਪਰਮੇਸ਼ਵਰ ਨੇ ਮੈਨੂੰ ਸ਼ਾਂਤੀ ਦਿੱਤੀ ਹੈ। ਕਿਉਂ? ਕਿਉਂਕਿ ਮੈਂ ਤੌਬਾ ਕੀਤੀ ਸੀ। ਮੈਂ ਤੌਬਾ ਕੀਤੀ ਸੀ। ਯੋਹੰਨਾ ਬਪਤਿਸਮਾ ਦੇਣ ਵਾਲਾ ਕੀ ਕਹਿ ਰਿਹਾ? ਆਓ ਆਪਣੇ ਪਾਪਾਂ ਦਾ ਪਛਤਾਪ ਕਰੋ, ਤੌਬਾ ਕਰੋ, ਬਪਤਿਸਮਾ ਲਓ। ਉਹ ਚੀਕਾਂ ਮਾਰ ਮਾਰ ਕੇ ਲੋਕਾਂ ਨੂੰ ਬੁਲਾ ਰਿਹਾ ਕਿ ਆਪਣੇ ਪਾਪਾਂ ਦਾ ਪਛਤਾਪ ਕਰੋ, ਤੌਬਾ ਕਰੋ। ਅੱਜ ਕੌਣ ਕਰਦਾ ਤੌਬਾ? ਅੱਜ ਤਾਂ ਸਾਡੀਆਂ ਅੱਖਾਂ ਦੇ ਵਿੱਚ ਹੀ ਪਾਪ ਹੈ। ਜਦੋਂ ਵੀ ਜਾਂਦੇ, ਜਿੱਥੇ ਵੀ ਜਾਂਦੇ, ਜੋ ਵੀ ਬੋਲਦੇ ਆ, ਬੋਲਣ ਲੱਗੇ ਨਹੀਂ ਦੇਖਦੇ, ਦੇਖਣ ਲੱਗੇ ਨਹੀਂ ਦੇਖਦੇ, ਬੈਠਣ ਲੱਗੇ ਨਹੀਂ ਦੇਖਦੇ। ਅਸੀਂ ਸੰਗਤ 'ਚ ਵੀ ਕਈ ਵਾਰੀ ਜਾਂਦੇ ਆ, ਮਸੀਹ ਸੰਗਤ ਦੇ ਵਿੱਚ ਵੀ ਜਾਂਦੇ ਆ, ਲੇਕਿਨ ਸਾਡੀਆਂ ਅੱਖਾਂ ਪਵਿੱਤਰ ਨਹੀਂ ਆ। ਹੈ ਸੰਗਤ ਮਸੀਹ ਦੀ ਹੈ, ਲੇਕਿਨ ਜਦੋਂ ਤੱਕ ਅਸੀਂ ਪਵਿੱਤਰਤਾਈ ਦੀ ਚਾਲ ਨਹੀਂ ਚੱਲਾਂਗੇ, ਸੋ ਵਚਨ ਦਾ ਕੀ ਦੱਸਦਾ? ਵਚਨ ਕਹਿੰਦਾ ਤੁਸੀਂ ਉਤਾਹਾਂ ਦੀਆਂ ਗੱਲਾਂ ਦੇ ਵੱਲ ਧਿਆਨ ਕਰੋ, ਤੁਸੀਂ ਨੀਚੇ ਦੀਆਂ ਗੱਲਾਂ ਦੇ ਵੱਲ ਧਿਆਨ ਨਾ ਕਰੋ। ਕਿਉਂ? ਯਿਸੂ ਮਸੀਹ ਜੀ ਨੇ ਕਿਹਾ ਕਿ ਮੈਂ ਉਤਾਹਾਂ ਦਾ ਹਾਂ ਤੇ ਤੁਸੀਂ ਧਰਤੀ ਦੇ ਹੋ। ਉਤਾਹਾਂ ਦਾ ਮਤਲਬ ਕਿ ਯਿਸੂ ਮਸੀਹ ਜੀ ਜਦੋਂ ਪੈਦਾ ਹੋ ਕੇ ਆਏ ਨੇ, ਉਹ ਧਰਤੀ ਦੇ ਉੱਤੇ ਰਹੇ ਨੇ, ਲੇਕਿਨ ਉਹਨੇ ਧਰਤੀ ਦੇ ਇੱਕ ਵੀ ਕੰਮ ਨਹੀਂ ਕੀਤੇ, ਇੱਕ ਵੀ ਕੰਮ ਇਹੋ ਜਿਹਾ ਨਹੀਂ ਕੀਤਾ ਜਿਹੜਾ ਇਨਸਾਨ ਕਰਦਾ ਸੀ। ਲੇਕਿਨ ਪ੍ਰਭੂ ਯਿਸੂ ਮਸੀਹ ਜੀ ਨੇ ਉਤਾਹਾਂ ਦੇ ਗੱਲਾਂ ਕੀਤੀਆਂ ਤੇ ਉਤਾਹਾਂ ਦੇ ਕੰਮ ਕੀਤੇ। ਜਦੋਂ ਬੋਲਦੇ ਸੀ, ਦ੍ਰਿਸ਼ਟਾਂਤਾਂ ਦੇ ਵਿੱਚ ਬੋਲਦੇ ਸੀ, ਜੋ ਵੀ ਗੱਲ ਕਰਦੇ ਸੀ ਦ੍ਰਿਸ਼ਟਾਂਤਾਂ ਦੇ ਵਿੱਚ ਕਰਦੇ ਸੀ। ਔਰ ਪਿਤਾ ਪਰਮੇਸ਼ਵਰ ਜੀ ਸਾਡੇ ਨਾਲ ਹਮੇਸ਼ਾ ਗੱਲ ਕਰਦੇ ਸੀ। ਕਿਉਂ ਅੱਜ ਸਾਨੂੰ ਧਰਤੀ ਦਾ ਕਿਉਂ ਕਿਹਾ ਗਿਆ? ਕਿਉਂਕਿ ਅੱਜ ਸਾਡੇ ਜੀਵਨ ਦੇ ਵਿੱਚ ਧਰਤੀ ਦੀਆਂ ਗੱਲਾਂ ਨੇ ਕਿ ਮੈਨੂੰ ਕੋਠੀ ਚਾਹੀਦੀ ਹੈ, ਮੈਨੂੰ ਗੱਡੀਆਂ ਚਾਹੀਦੀਆਂ ਨੇ, ਮੈਨੂੰ ਵਧੀਆ ਨੌਕਰ ਚਾਹੀਦੇ ਨੇ, ਮੈਨੂੰ ਪੈਸਾ ਚਾਹੀਦਾ। ਲੇਕਿਨ ਅਸੀਂ ਅੱਜ ਦੀਆਂ ਜਿਹੜੀਆਂ ਮੋਸਟਲੀ ਜਿਹੜੀ ਦੌੜ ਚੱਲ ਰਹੀ ਹੈ, ਉਹ ਸਭ ਪੈਸੇ ਦੇ ਪਿੱਛੇ ਚੱਲ ਰਹੀ ਹੈ। ਲੇਕਿਨ ਵਚਨ ਕੀ ਕਹਿੰਦਾ? ਕਹਿੰਦਾ ਇੱਕ ਦਿਨ ਤੇਰਾ ਪੈਸਾ ਤੇਰੇ ਨਾਲ ਨਾਸ਼ ਹੋ ਜਾਣਾ ਹੈ। ਜਿੰਨਾ ਮਰਜ਼ੀ ਇਕੱਠਾ ਕਰ ਲੈ, ਲੇਕਿਨ ਇਹ ਧਨ ਤੇ ਹੱਕ ਕਿਸੇ ਹੋਰ ਦਾ ਹੋ ਜਾਣਾ ਹੈ। ਜੇ ਧਨ ਕਮਾਉਣਾ ਹੀ ਹੈ ਤਾਂ ਫਿਰ ਉਹ ਕਮਾਓ ਜਿਹਨੂੰ ਕਦੇ ਚੋਰ ਨਹੀਂ ਚੁਰਾ ਸਕਦਾ, ਜਿਹਨੂੰ ਕਦੇ ਜੰਗਾਲ ਨਹੀਂ ਲੱਗਦਾ, ਜਿਹਨੂੰ ਕਦੇ ਖੋਇਆ ਨਹੀਂ ਜਾ ਸਕਦਾ। ਹਾਲੇਲੂਇਆ। ਸੋ ਜਿੰਨਾ ਚਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੌਬਾ ਨਹੀਂ ਕਰਾਂਗੇ, ਜੇਕਰ ਉਸ ਵਿਭਚਾਰਕ ਔਰਤ ਪਰਮੇਸ਼ਵਰ ਦੇ ਨਾਲ ਗਈ ਹੈ, ਉਹਨੇ ਆਪਣਾ ਜੀਵਨ ਬਦਲਿਆ, ਉਦੋਂ ਬਦਲਿਆ ਜਦੋਂ ਉਹਨੇ ਤੌਬਾ ਕੀਤੀ ਹੈ। ਜਿਹੜਾ ਉਜਾੜੂ ਪੁੱਤਰ ਸੀ, ਅਸੀਂ ਕਹਾਣੀ ਪੜ੍ਹਦੇ ਆ ਪਵਿੱਤਰ ਸ਼ਾਸਤਰ ਦੇ ਵਿੱਚੋਂ, ਕਈ ਵਾਰੀ ਸਾਡੇ ਪ੍ਰੀਚਰ ਨੇ ਜਿਹੜੇ ਉਹ ਸੁਣਾਉਂਦੇ ਨੇ, ਕਹਾਣੀ ਸੁਣਾਉਂਦੇ ਨੇ ਉਜਾੜੂ ਪੁੱਤਰ ਦੀ। ਸੋ ਤੁਸੀਂ ਇਹ ਕਹਾਣੀਆਂ ਅਸੀਂ ਸਾਰੇ ਜਣੇ ਪੜ੍ਹਦੇ ਆ ਤੇ ਲੋਕਾਂ ਨੂੰ ਸੁਣਾਉਂਦੇ ਆ। ਉਜਾੜੂ ਪੁੱਤਰ ਕੀ ਸੀ? ਉਜਾੜੂ ਪੁੱਤਰ ਆਪਣੇ ਰਾਜੇ ਪਿਤਾ ਨੂੰ ਕਹਿੰਦਾ ਕਿ ਮੈਨੂੰ ਜਿਹੜਾ ਮੇਰਾ ਹਿੱਸਾ ਬਣਦਾ, ਮੈਨੂੰ ਮੇਰਾ ਹਿੱਸਾ ਜਿਹੜਾ ਹੈਗਾ ਉਹ ਦਿੱਤਾ ਜਾਵੇ। ਔਰ ਉਹਦਾ ਹਿੱਸਾ ਜਦੋਂ ਉਹ ਗਿਆ ਤਾਂ ਉਹਦੀ ਅਯਾਸ਼ੀ ਦੇ ਵਿੱਚ ਉਹਨੇ ਉਡਾਉਣਾ ਸ਼ੁਰੂ ਕਰ ਦਿੱਤਾ ਪੈਸਾ। ਜਾ ਕੇ ਅਯਾਸ਼ੀ ਕੀਤੀ, ਖਾਇਆ ਪੀਆ, ਘੁੰਮਿਆ, ਵਿਵਚਾਰ ਕੀਤੇ ਹੋਣਗੇ। ਲੇਕਿਨ ਜਦੋਂ ਪੈਸਾ ਖਤਮ ਹੋ ਗਿਆ, ਫਿਰ ਉਹਨੂੰ ਭੁੱਖਾ ਮਰਨਾ ਪੈ ਗਿਆ ਤੇ ਉਹਨੂੰ ਸੂਰ ਚਰਾਉਣ ਤੇ ਨੌਕਰ ਰੱਖ ਲਿਆ ਗਿਆ ਤੇ ਉਹੀ ਖਾਣਾ ਉਹਨੂੰ ਸੂਰਾਂ ਵਾਲਾ ਵੀ ਆਪ ਖਾਣਾ ਪਿਆ। ਇੱਕ ਦਿਨ ਉਹਨੂੰ ਚੇਤੇ ਆਂਦਾ ਕਿ ਯਾਰ ਮੈਂ ਤਾਂ ਰਾਜੇ ਦਾ ਪੁੱਤਰ ਹਾਂ, ਮੈਂ ਸੂਰਾਂ ਦੇ ਖਾਣੇ ਦੇ ਵਿੱਚੋਂ ਖਾ ਰਿਹਾ, ਮੈਂ ਰਾਜੇ ਦਾ ਪੁੱਤਰ ਹਾਂ। ਹਾਲੇਲੂਇਆ। ਸੋ ਜਦੋਂ ਉਹਦੇ ਯਾਦ ਆਇਆ ਨਾ ਕਿ ਮੈਂ ਰਾਜੇ ਦਾ ਪੁੱਤਰ ਹਾਂ, ਉਹ ਫੇਰ ਉਹਦੀ ਅਕਲ ਟਿਕਾਣੇ ਤੇ ਆਈ। ਫਿਰ ਉਹਨੇ ਸੋਚਿਆ ਕਿ ਜੇਕਰ ਮੈਂ ਆਪਣੇ ਪਿਤਾ ਦੇ ਕੋਲ ਜਾਵਾਂ ਤੇ ਮਾਫੀ ਮੰਗਾ ਤਾਂ ਮੇਰਾ ਪਿਤਾ ਹੋ ਸਕਦਾ ਮੈਨੂੰ ਗੱਲ ਨਾਲ ਲਗਾ ਲਵੇ। ਲੇਕਿਨ ਗਲਤੀ ਤਾਂ ਮੈਂ ਐਡੀ ਕਰ ਬੈਠਿਆ ਕਿ ਮੇਰਾ ਪਿਤਾ ਮੈਨੂੰ ਗੱਲ ਨਾਲ ਤਾਂ ਨਹੀਂ ਲਗਾਊਗਾ, ਪਰ ਮੈਨੂੰ ਜਾਣਾ ਚਾਹੀਦਾ ਇੱਕ ਵਾਰੀ। ਲੇਕਿਨ ਜਦੋਂ ਉਹ ਗਿਆ, ਸੋ ਪਿਤਾ ਪਰਮੇਸ਼ਵਰ ਜਿਹਦੇ ਸੰਗ ਹੁੰਦਾ ਤਾਂ ਉਹਦੀ ਪਾਵਰ ਵੀ ਵੱਧਦੀ ਆਟੋਮੈਟਿਕ। ਸੋ ਜਦੋਂ ਉਜਾੜੂ ਪੁੱਤਰ ਆਪਣੇ ਰਾਜੇ ਪਿਤਾ ਦੇ ਕੋਲ ਗਿਆ, ਸੋ ਜਦੋਂ ਉਹਦੇ ਪਿਤਾ ਨੇ ਦੇਖਿਆ ਕਿ ਮੇਰਾ ਪੁੱਤਰ ਜਿਹੜਾ ਸਭ ਕੁਝ ਲੈ ਗਿਆ ਸੀ ਵੰਡਾ ਕੇ ਮੇਰੇ ਦਰਵਾਜ਼ੇ ਤੇ ਖੜਿਆ, ਉਹਦੇ ਚਿਹਰੇ ਦੇ ਉੱਤੇ ਖੁਸ਼ੀ ਆ ਗਈ ਕਿ ਮੇਰਾ ਪੁੱਤਰ ਅੱਜ ਘਰ ਵਾਪਸ ਆ ਗਿਆ। ਹਾਲੇਲੂਇਆ। ਉਹਨੇ ਨਾਲ ਦੀ ਨਾਲ ਕਿਹਾ ਜੀ, ਦੇਖਿਆ ਜਦੋਂ ਮੇਰਾ ਪੁੱਤਰ ਲਿਬੜਿਆ ਹੋਇਆ, ਕੱਪੜੇ ਉਹਦੇ ਗੰਦੇ ਹੋਏ ਨੇ, ਉਹਨੇ ਉਸੇ ਟਾਈਮ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਜਾਓ ਇਹ ਉਹੀ ਅੰਗੂਠੀਆਂ ਲੈ ਕੇ ਆਓ ਜੋ ਰਾਜੇ ਦੇ ਪਹਿਨਾਉਂਦੇ ਨੇ, ਉਹੀ ਜੁੱਤੀਆਂ ਪਹਿਨਾਓ ਜੋ ਰਾਜੇ ਦੇ ਪਹਿਨਾਈਆਂ ਜਾਂਦੀਆਂ ਨੇ।
जाओ अज वधिया वधिया बच्चों दी बलियां दो। क्यों? क्योंकि मेरा पुत्र अज घर वापस आया है। हालेलुया। मेरा पुत्र अज घर वापस आया है। कदों कदों ओदियां खुशियां मनाइयां। इसे तरह जेकर राजा अपने पुत्र नूं माफ कर सकदा, क्यों? क्योंकि वो राजे दा खून सी, इस करके उहने माफ कीता। सो मेरे अजीजो, अज साडे विच भी यीशु दा खून है, इस करके यीशु सानू माफ करदा है। इसे करके यीशु मसीह जी सानू अज उच्चियां बुलंदियां ते रखदे ने, जेकर असीं यीशु दी गल नूं मनदे आ। अज भी मेरे भैन भरा अपने अंदरों यीशु नूं जगाउंदे नहीं, सिर्फ असीं लफ्ज़ों का इस्तेमाल करना। जेकर असीं पिता परमेश्वर नूं कहिए कि पिता परमेश्वर जी मेरी आवाज नूं सुनो, भेजो अपने पवित्र आत्मा नूं जिहड़ा साडी अगुवाई करे। यीशु मसीह जी दे सामर्थी जिंदा जलाली नाम दे विच अज भी वो साडे लई बहुत कुछ करदा। वे ओ फेथ मिनिस्ट्री दे विच ऑन द स्पॉट हीलिंग होंदी है, ऑन द स्पॉट सब काम होंदे ने। क्यों? क्योंकि पिता परमेश्वर जी का वचन जिहड़ा हैगा वो सानू दसदा है, जेकर तुसी यीशु मसीह जी ते विश्वास करदे हो, तुसी यीशु मसीह जिहे काम नहीं उतों भी वड्डे वड्डे काम करदे हो। मेरे अजीजो, जेकर असी अज भी यीशु मसीह तो वड्डे काम ना कर सके, तो फिर इहदा मतलब असी यीशु मसीह जी ते विश्वास नहीं करदे। असी सिर्फ लोकां नू दिखा तां दित्ता कि चलो मैं चर्च जाना जी, मैं लोकां नू प्रीचिंग सुनाना जी, मैं एक कीता जी, मैं एक कीता जी। अज जिहड़े हैगे ने साडे जीवनां तो यीशु मसीह झलकने चाहीदे ने। साडे बोलण तो, साडे चलण तो, साडे उठण तो, साडे बैठण तो यीशु मसीह जी दी आवाज, यीशु मसीह दी खुशबू वो झलकनी चाहीदी है। हालेलुया, हालेलुया। सो पिता परमेश्वर का वचन की कहता, जिन्ना चिर तुसी तौबा नहीं करोगे उन्ना चिर, वचन दे विच भी लिखा है, कहता अपने अपने पापां दी तौबा करो तां जो सुख दे दिन आउण। कित्थों आउण? प्रभु दे हजूरों। ਜਦੋਂ तक ਅਸੀਂ अपने पापां दी तौबा ही नहीं कीती, अपने पापां दा पश्चाताप ही नहीं कीता, ते फिर दिन सुख दे कित्थों आउणगे? दिन सुख दे तां पिता परमेश्वर जी दे कोल आउणगे। हालेलुया। सो पिता परमेश्वर, ਜਦੋਂ ਅਸੀਂ ਇੱਕ ਕਹਾਣੀ ਤੁਹਾਨੂੰ ਦੱਸੀ ਸੀ ਕਿ ਜਦੋਂ ਰਾਜਾ ਆਪਣੇ ਬੇਟੇ ਨੂੰ ਮਾਫ ਕਰ ਸਕਦਾ, ਤਾਂ ਫਿਰ ਸਾਡਾ ਯਿਸੂ ਵੀ ਸਾਨੂੰ ਮਾਫ ਕਰ ਸਕਦਾ। ਜੇ ਰਾਜੇ ਦੇ ਅੰਦਰ ਰਾਜੇ ਦਾ ਖੂਨ ਰਾਜੇ ਦੇ ਪੁੱਤਰ ਵਿੱਚ ਸੀ, ਤਾਂ ਅੱਜ ਵੀ ਸਾਡੇ ਵਿੱਚ ਯਿਸੂ ਦਾ ਖੂਨ ਹੈ। ਹਾਲੇਲੂਇਆ। ਸਿਰਫ ਉਹਨੂੰ ਜਗਾਉਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਉਹਨੂੰ ਅੰਦਰੋਂ ਜਗਾ ਲਿਆ, ਤਾਂ ਪਿਤਾ ਪਰਮੇਸ਼ਵਰ ਨੇ ਤੁਹਾਡੇ ਨਾਲ ਵੱਡੇ ਵੱਡੇ ਕੰਮ ਕਰਨੇ ਸ਼ੁਰੂ ਕਰ ਦੇਣੇ ਨੇ। ਅਸੀਂ ਤਾਂ ਆਪਣੇ ਸਰੀਰ ਨੂੰ ਕਸ਼ਟ ਹੀ ਨਹੀਂ ਦੇਣਾ ਚਾਹੁੰਦੇ ਥੋੜਾ ਜਿਹਾ ਵੀ। ਜੇ ਕੋਈ ਥੋੜਾ ਜਿਹਾ ਵੀ ਕਸ਼ਟ ਆ ਜਾਵੇ, ਫਿਰ ਵੀ ਅਸੀਂ ਕਹਿ ਦਿੰਦੇ ਚੱਲ ਛੱਡੋ ਜੀ, ਹੁਣ ਤਾਂ ਪ੍ਰੇਅਰ ਕਰਦੇ ਆ 5 ਮਿੰਟ ਦੀ, 6ਵੇਂ ਮਿੰਟ ਸਾਡੇ ਦਰਦ ਸਟਾਰਟ ਹੋ ਜਾਂਦਾ। ਕਦੋਂ ਅਸੀਂ ਯਿਸੂ ਨੂੰ ਜਗਾਵਾਂਗੇ? ਜਦੋਂ ਪਤਰਸ ਜੀ ਜਦੋਂ ਚੇਲਿਆਂ ਦੇ ਨਾਲ ਜਾ ਰਹੇ ਸੀ, ਪ੍ਰਭੂ ਯਿਸੂ ਮਸੀਹ ਜੀ ਇੱਕ ਬੋਟ ਦੇ ਵਿੱਚ ਜਾ ਰਹੇ ਹੁੰਦੇ ਆ, ਜਾਂਦੇ ਜਾਂਦੇ ਜਦੋਂ ਵਿਚਕਾਰ ਜੇ ਬੋਟ ਚਲੀ ਜਾਂਦੀ ਹੈ, ਕਿਸ਼ਤੀ ਚਲੀ ਜਾਂਦੀ ਹੈ, ਤੇ ਅਚਾਨਕ ਇੱਕ ਤੂਫਾਨ ਆ ਜਾਂਦਾ ਸਮੁੰਦਰ ਦੇ ਵਿੱਚ, ਝੀਲ ਦੇ ਵਿੱਚ। ਜਦੋਂ ਤੂਫਾਨ ਆ ਜਾਂਦਾ ਤਾਂ ਉਹ ਨਾਲ ਦੀ ਨਾਲ ਕਿਸ਼ਤੀ ਜਿਹੜੀ ਹੈਗੀ ਡਾਮਾਡੋਲੇ ਖਾਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਡਾਮਾਡੋਲੇ ਖਾਂਦੀ ਹੈ ਤਾਂ ਉਹ ਸਾਰੇ ਆਲੇ ਦੁਆਲੇ ਦੇਖਦੇ ਨੇ ਵੀ ਹੁਣ ਕੀ ਕੀਤਾ ਜਾਵੇ। ਧਿਆਨ ਨਾਲ ਸੁਣਿਓ ਕਿ ਯਿਸੂ ਮਸੀਹ ਜੀ ਉਸ ਬੋਟ ਦੇ ਪਿੱਛੇ ਜਿਹੜਾ ਤਿਕੋਨਾ ਪਾਸਾ ਸੀ, ਉੱਥੇ ਸਰਾਣਾ ਲਾ ਕੇ ਆਰਾਮ ਨਾਲ ਪਏ ਸੀ, ਸੁੱਤੇ ਪਏ ਸੀ। ਲੇਕਿਨ ਉਹਨਾਂ ਨੂੰ ਵੀ ਪਤਾ ਸੀ, ਉਹਨਾਂ ਨੂੰ ਵੀ ਪਤਾ ਸੀ ਕਿ ਹੁਣ ਤੂਫਾਨ ਤਾਂ ਆ ਗਿਆ ਤੇ ਹੁਣ ਚੇਲਿਆਂ ਦੀ ਨਿਸ਼ਚਾ ਦਾ ਜਿਹੜਾ ਹੈਗਾ ਉਹ ਟਾਈਮ ਆ ਚੁੱਕਿਆ। ਜਦੋਂ ਉਹ ਤੂਫਾਨ ਆ ਰਿਹਾ ਸੀ, ਜਦੋਂ ਪਾਣੀ ਕਿਸ਼ਤੀ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ, ਤਾਂ ਸਾਰੇ ਜਣੇ ਉੱਚੀ ਉੱਚੀ ਆਵਾਜ਼ਾਂ ਮਾਰਦੇ ਨੇ ਕਿ ਸਵਾਮੀ ਸਾਨੂੰ ਬਚਾ ਲਓ, ਸਵਾਮੀ ਅਸੀਂ ਡੁੱਬਦੇ ਚੱਲੇ ਆ, ਸਵਾਮੀ ਅਸੀਂ ਕਿਤੇ ਮਰ ਨਾ ਜਾਈਏ। ਸੋ ਜਦੋਂ ਸਵਾਮੀ ਸਤਿਗੁਰੂ ਯਿਸੂ ਮਸੀਹ ਜੀ ਉੱਠਦੇ ਨੇ, ਤਾਂ ਉਸੇ ਟਾਈਮ
ਹੱਥ ਵਧਾਉਂਦੇ ਨੇ ਝੀਲ ਦੇ ਵੱਲ, ਹੱਥ ਵਧਾਉਂਦੇ ਨੇ ਤੂਫਾਨ ਦੇ ਵੱਲ, ਹੱਥ ਵਧਾਉਂਦੇ ਨੇ ਲਹਿਰਾਂ ਦੇ ਵੱਲ, ਹੱਥ ਵਧਾਉਂਦੇ ਨੇ ਹਵਾਵਾਂ ਦੇ ਵੱਲ। ਉਸੇ ਟਾਈਮ ਕਹਿੰਦੇ ਨੇ ਕਿ ਥੰਮ ਜਾ। ਲਹਿਰਾਂ ਨੂੰ ਝਿੜਕਦੇ ਨੇ, ਉਹ ਸ਼ਾਂਤ ਹੋ ਜਾਂਦੀਆਂ ਨੇ। ਤੂਫਾਨ ਨੂੰ ਝਿੜਕਦਾ, ਉਹ ਸ਼ਾਂਤ ਹੋ ਜਾਂਦਾ। ਜਦੋਂ ਹੀ ਯਿਸੂ ਬੋਲਦਾ, ਉਸੇ ਟਾਈਮ ਅਮਨ ਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ। ਔਰ ਸਾਰੇ ਚੇਲੇ ਸੀ ਉਹ ਖੁਸ਼ੀ ਦੇ ਨਾਲ ਭਰ ਜਾਂਦੇ ਨੇ। ਹਾਲੇਲੂਇਆ। ਸੋ ਮੇਰੇ ਪਿਆਰਿਓ, ਅੱਜ ਵੀ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ। ਜਦੋਂ ਸਾਡੇ ਉੱਤੇ ਕੋਈ ਦੁੱਖ ਆ ਜਾਂਦਾ ਹੈ, ਜਦੋਂ ਸਾਡੇ ਉੱਤੇ ਕੋਈ ਮੁਸੀਬਤ ਆ ਜਾਂਦੀ ਹੈ, ਅੱਜ ਵੀ ਅਸੀਂ ਉਸੇ ਤਰ੍ਹਾਂ ਕਰਦੇ ਹਾਂ, ਯਿਸੂ ਸਾਨੂੰ ਬਚਾ ਲੈ, ਅਸੀਂ ਡੁੱਬਦੇ ਚੱਲੇ ਹਾਂ, ਅਸੀਂ ਮਰਦੇ ਚੱਲੇ ਹਾਂ, ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਕਰੀਏ। ਅੱਜ ਵੀ ਮੇਰੇ ਭੈਣੋ ਤੇ ਭਰਾਵੋ, ਅੱਜ ਵੀ ਸਾਡੇ ਅੰਦਰ ਯਿਸੂ ਮਸੀਹ ਜੀ ਇਸ ਜੀਵਨ ਰੂਪੀ ਬੋਟ ਦੇ ਵਿੱਚ ਸੁੱਤੇ ਪਏ ਨੇ, ਸਿਰਫ ਉਹਨੂੰ ਜਗਾਉਣ ਦੀ ਜ਼ਰੂਰਤ ਹੈ। ਇਹ ਜਾਗੇਗਾ ਕਿਵੇਂ? ਜਿੱਦਾਂ ਚੇਲਿਆਂ ਨੇ ਆਵਾਜ਼ਾਂ ਮਾਰੀਆਂ ਸੀ ਕਿ ਸੁਆਮੀ ਅਸੀਂ ਮਰਦੇ ਚੱਲੇ ਆ। ਹਾਲੇਲੂਇਆ। ਸੋ YouTube ਤੇ ਤੁਸੀਂ ਪਾਸਟਰ ਗੁਰਚਰਨ ਸਿੰਘ ਜੀ ਦੀ ਟੈਸਟਮਨੀ ਨੂੰ ਸੁਣ ਕੇ ਦੇਖਿਓ, ਸੇਮ ਇਹੀ ਹੈ। ਮੈਂ ਵੀ ਕਹਿੰਦਾ ਸੀ ਕਿ ਸੁਆਮੀ ਹੁਣ ਮੈਂ ਮਰ ਚੱਲਿਆ। ਕਰਜ਼ਾ ਲੈਣ ਵਾਲੇ ਮੇਰੇ ਘਰ ਆਉਂਦੇ ਸੀ, ਉਹ ਲੜਾਈ ਕਰਦੇ ਸੀ, ਮੈਨੂੰ ਮਾਰਦੇ ਸੀ, ਮੈਨੂੰ ਟੌਰਚਰ ਕਰਦੇ ਸੀ। ਜਦੋਂ ਕੋਈ ਸਮਝ ਨਹੀਂ ਆਈ ਕਿ ਕੀ ਕੀਤਾ ਜਾਵੇ, ਤਾਂ ਫਿਰ ਮੈਨੇ ਮਰਨ ਦੀ ਡੇਟ ਰੱਖ ਲਈ ਸੀ ਕਿ ਮੈਨੇ 1 ਤਰੀਕ ਨੂੰ ਆਪਣਾ ਸੁਸਾਈਡ ਕਰਕੇ ਬਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ। ਔਰ ਜਦੋਂ ਹੀ ਮਰਨ ਦੀ ਡੇਟ ਰੱਖੀ, ਹਜੇ ਉਸ ਡੇਟ ਦੇ ਵਿੱਚ 20 ਦਿਨ ਪਏ ਸੀ, 20 ਡੇਜ਼ ਪਏ ਸੀ ਬਾਕੀ। ਔਰ ਇੱਕ ਦਿਨ ਨੂੰ ਮੈਂ ਜੀਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਪ੍ਰਭੂ ਬਥੇਰਾ ਮੈਂ ਜੀ ਲਿਆ ਪਰਮੇਸ਼ਰ, ਬਸ ਮੈਨੂੰ ਆ 20 ਦਿਨ ਨੇ, ਮੈਨੂੰ ਐਸ਼ ਕਰ ਲੈਣ ਤੇ ਹੁਣ ਥੋੜਾ ਜਿਹਾ ਬਾਹ ਆਉਣਾ ਤਾਂ ਤੇਰੇ ਕੋਲ ਹੀ ਹੈ। ਕਿਉਂ? ਕਿਉਂਕਿ ਦੁਨੀਆ ਨੇ ਮੈਨੂੰ ਨਿਚੋੜ ਕੇ ਰੱਖ ਦਿੱਤਾ ਦੀ ਕੱਪੜੇ ਦੀ ਤਰ੍ਹਾਂ। ਜਿੰਨਾ ਮੈਨੂੰ ਇੰਨਾ ਕੁ ਮਸਲ ਦਿੱਤਾ ਸੀ ਕਿ ਮੈਂ ਆਪਣੇ ਆਪ ਨੂੰ ਭੁੱਲ ਚੁੱਕਿਆ ਸੀ ਕਿ ਮੈਂ ਕੌਣ ਹਾਂ। ਜਦੋਂ ਮਰਨ ਦੇ ਦਿਨ ਨੇੜੇ ਲੱਗਦੇ ਗਏ, ਤਾਂ ਫਿਰ ਮੈਂ ਕਿਹਾ ਸੁਆਮੀ ਹੁਣ ਮੈਂ ਆਉਣਾ ਤਾਂ ਸਹੀ ਹੈ ਤੇਰੇ ਕੋਲ, ਮੇਰੀ ਆਵਾਜ਼ ਤਾਂ ਸੁਣ ਲੈ, ਇੱਕ ਵਾਰੀ ਮੇਰੇ ਨਾਲ ਗੱਲ ਤਾਂ ਕਰ ਲੈ। ਸੋ ਜਿੰਨਾ ਕੁ ਮੇਰਾ ਮਾਈਂਡ ਸੀ, ਮੈਂ ਉਸ ਹਿਸਾਬ ਨਾਲ ਪਰਮੇਸ਼ਰ ਦੇ ਨਾਲ ਚੱਲਦਾ ਗਿਆ। ਪਰ ਮੈਂ ਧੰਨਵਾਦ ਕਰਦਾ ਪਿਤਾ ਪਰਮੇਸ਼ਰ ਜੀ ਦਾ, ਮੇਰੇ ਮਰਨ ਤੋਂ 5 ਦਿਨ ਪਹਿਲਾਂ ਮੇਰੇ ਪਰਮੇਸ਼ਰ ਨੇ ਮੇਰੇ ਲਈ ਲੱਖਾਂ ਰੁਪਈਆ ਦਾ ਪ੍ਰਬੰਧ ਕਰ ਦਿੱਤਾ ਸੀ। ਹਾਲੇਲੂਇਆ। ਔਰ ਮੈਨੂੰ ਮਰਨ ਨਹੀਂ ਦਿੱਤਾ। ਕਿਉਂ? ਕਿਉਂਕਿ ਮੈਂ ਆਪਣੀ ਤੌਬਾ ਕਰ ਲਈ ਸੀ ਕਿ ਸੁਆਮੀ ਮੈਂ ਆਪਣੇ ਅੰਦਰ ਜਗਾ ਲਿਆ ਸੀ ਉਸ ਨੂੰ, ਸੁਆਮੀ ਨੂੰ। ਸੁੱਤਾ ਤਾਂ ਅੰਦਰ ਹੀ ਪਿਆ ਸੀ, ਲੇਕਿਨ ਉਹਨੂੰ ਜਗਾਇਆ ਕਿ ਸੁਆਮੀ ਮੇਰੀ ਆਵਾਜ਼ ਨੂੰ ਸੁਣ। ਪਰਮੇਸ਼ਵਰ ਜੀ ਉਦੋਂ ਤੁਹਾਡੀ ਆਵਾਜ਼ ਨੂੰ ਸੁਣਦੇ ਨੇ ਜਦੋਂ ਅਸੀਂ ਟੁੱਟੇ ਦਿਲ ਦੇ ਨਾਲ ਪ੍ਰੇਅਰ ਕਰਦੇ ਹਾਂ। ਵਚਨ ਕਹਿੰਦਾ ਜਦੋਂ ਤੇਰਾ ਦਿਲ ਟੁੱਟਿਆ ਹੁੰਦਾ ਹੈ, ਉਸ ਟਾਈਮ ਤੇਰੇ ਨਜ਼ਦੀਕ ਮੈਂ ਹੀ ਹੁੰਨਾ, ਹੋਰ ਕੋਈ ਨਹੀਂ ਹੁੰਦਾ। ਸਾਡੀ ਆਵਾਜ਼ ਨੂੰ ਪਿਤਾ ਪਰਮੇਸ਼ਵਰ ਹੀ ਸੁਣਦੇ ਨੇ, ਲੇਕਿਨ ਉਹ ਸਾਨੂੰ ਦਿਖਾਈ ਨਹੀਂ ਦਿੰਦੇ। ਇਹਦਾ ਮਤਲਬ ਇਹ ਨਹੀਂ, ਜੇ ਸਾਨੂੰ ਬਿਜਲੀ ਦਿਖਾਈ ਨਹੀਂ ਦਿੰਦੀ, ਇਹਦਾ ਮਤਲਬ ਇਹ ਨਹੀਂ ਕਿ ਹੈ ਨਹੀਂ। ਜੇ ਸਾਨੂੰ ਹਵਾ ਦਿਖਾਈ ਨਹੀਂ ਦਿੰਦੀ, ਇਹਦਾ ਮਤਲਬ ਇਹ ਨਹੀਂ ਕਿ ਹਵਾ ਹੈ ਨਹੀਂ। ਜੇ ਸਾਨੂੰ ਪਰਮੇਸ਼ਰ ਦਿਖਾਈ ਨਹੀਂ ਦਿੰਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ। ਸੋ ਮੇਰੇ ਸੁਪਨੇ ਦੇ ਵਿੱਚ ਧੰਨ ਸੁਆਮੀ ਸਤਿਗੁਰੂ ਯਿਸੂ ਮਸੀਹ ਜੀ ਆਏ, ਮੈਨੂੰ ਕਹਿੰਦੇ ਨੇ ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ। ਹਾਲੇਲੂਇਆ। ਸੋ ਜਦੋਂ ਪਿਤਾ ਪਰਮੇਸ਼ਰ ਜੀ ਨੇ ਮੇਰੇ ਨਾਲ ਇਹ ਵਾਅਦਾ ਕੀਤਾ, ਨਾ ਮੈਂ ਸੁੱਤਿਆ ਸੀ ਤੇ ਨਾ ਮੈਂ ਜਾਗਦਾ ਸੀ। ਜਦੋਂ ਮੇਰੇ ਨਾਲ ਵਾਅਦਾ ਕੀਤਾ, ਸੋ ਪਿਤਾ ਪਰਮੇਸ਼ਰ ਨੇ ਸੱਚਮੁੱਚ ਮੈਨੂੰ ਉਦੋਂ ਤੋਂ ਲੈ ਕੇ ਅੱਜ ਤੱਕ ਕਦੇ ਡੋਲਣ ਨਹੀਂ ਦਿੱਤਾ। ਤੁਸੀਂ ਦੇਖਦੇ ਹੋ ਵੇ ਆਫ ਫੇਥ ਮਿਨਿਸਟਰੀ ਰੇਤਗੜ੍ਹ ਦੀਆਂ ਟੈਸਟਮਨੀਆਂ ਦੇਖਦੇ ਹੋ ਤੁਸੀਂ, YouTube ਤੇ ਚੜੀਆਂ ਹੋਈਆਂ ਨੇ, ਔਰ ਫੇਸਬੁੱਕ ਤੇ ਤੁਸੀਂ ਹਰੇਕ ਨਵੀਆਂ ਟੈਸਟਮਨੀਆਂ ਸੁਣਦੇ ਹੋ। ਕਿਉਂ? ਕਿਉਂਕਿ ਪਿਤਾ ਪਰਮੇਸ਼ਵਰ ਜੀ ਨੇ
ਮੈਨੂੰ ਉਦੋਂ ਤੋਂ ਚੁਣਿਆ ਹੋਇਆ ਜਦੋਂ ਤੋਂ ਮੈਂ ਯਿਸੂ ਮਸੀਹ ਜੀ ਨੂੰ ਆਪਣੇ ਅੰਦਰੋਂ ਜਗਾਇਆ ਹੋਇਆ। ਹਾਲੇਲੂਇਆ। ਉਦੋਂ ਹੀ ਯਿਸੂ ਮਸੀਹ ਨੇ ਦੇਖਿਆ ਕਿ ਹੁਣ ਇਹਦਾ ਦਿਲ ਟੁੱਟਿਆ ਹੈ। ਉਹ ਉਸੇ ਟਾਈਮ ਕਰਜ਼ੇ ਵਾਲੀ ਲਹਿਰ ਨੂੰ ਝਿੜਕਿਆ ਤੇ ਕਰਜ਼ਾ ਸਾਰਾ ਸਾਫ਼ ਕਰ ਦਿੱਤਾ। ਹਾਲੇਲੂਇਆ। ਉਸੇ ਟਾਈਮ ਗਰੀਬੀ ਵਾਲੀ ਲਹਿਰ ਨੂੰ ਝਿੜਕਿਆ, ਗਰੀਬੀ ਅੱਜ ਖਤਮ ਕਰਤੀ ਹੈ ਯਿਸੂ ਮਸੀਹ ਨੇ ਆਪਣੇ ਲਹੂ ਦੇ ਦੁਆਰਾ। ਉਹ ਵੀ ਟਾਈਮ ਸੀ ਜਦੋਂ ਮੈਨੂੰ ਮਸੀਹ ਦੇ ਬਾਰੇ ਪਤਾ ਨਹੀਂ ਸੀ ਹੁੰਦਾ, ਲੇਕਿਨ ਅੱਜ ਉਹ ਵੀ ਟਾਈਮ ਹੈ ਕਿ ਅੱਜ ਹਜ਼ਾਰਾਂ ਲੋਕ ਵੇ ਆਫ ਫੇਥ ਮਿਨਿਸਟਰੀ ਦੇ ਵਿੱਚ ਆਉਂਦੇ ਨੇ, ਰੇਤਗੜ੍ਹ ਚਰਚ ਦੇ ਵਿੱਚ ਪਰਮੇਸ਼ਰ ਜੀ ਦੀ ਆਰਾਧਨਾ ਕਰਨ ਦੇ ਲਈ। ਉਹਦਾ ਬਹੁਤ ਵੱਡਾ ਰੀਜ਼ਨ ਹੈ। ਉਹਦਾ ਰੀਜ਼ਨ ਇਹ ਹੈ ਕਿ ਆਪਣੀ ਜ਼ਿੰਦਗੀ ਨੂੰ ਯਿਸੂ ਮਸੀਹ ਜੀ ਵਰਗਾ ਬਣਾ ਲਓ। ਹਾਲੇਲੂਇਆ। ਸਾਡੇ ਜੀਵਨ ਦੇ ਵਿੱਚੋਂ ਯਿਸੂ ਮਸੀਹ ਜੀ ਝਲਕਣੇ ਚਾਹੀਦੇ ਨੇ। ਸਾਡੇ ਬੋਲਣ ਦੇ ਵਿੱਚੋਂ ਯਿਸੂ ਮਸੀਹ ਜੀ ਝਲਕਣੇ ਚਾਹੀਦੇ ਨੇ। ਸਾਡੇ ਉੱਠਣ ਤੇ ਸਾਡੇ ਬੈਠਣ ਦੇ ਵਿੱਚੋਂ ਯਿਸੂ ਮਸੀਹ ਜੀ ਝਲਕਣੇ ਚਾਹੀਦੇ ਨੇ। ਹਾਲੇਲੂਇਆ। ਫਿਰ ਵਚਨ ਕਹਿੰਦਾ ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ। ਇਹ ਭਜਨ ਗਾਇਆ ਕਰਦੇ ਅਸੀਂ ਹਰੇਕ ਚਰਚ ਦੇ ਵਿੱਚ। ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ। ਸੱਚਮੁੱਚ ਯਹੋਵਾ ਅੱਜ ਵੀ ਤੁਹਾਡੇ ਨਾਲ ਚੱਲਦਾ ਹੈ। ਜੇਕਰ ਤੁਸੀਂ ਜੰਗ ਹਾਰ ਰਹੇ ਹੋ ਤਾਂ ਸਮਝ ਲਓ ਯਹੋਵਾ ਤੁਹਾਡੇ ਨਾਲ ਨਹੀਂ ਹੈ। ਜੇ ਤੁਸੀਂ ਜੰਗ ਜਿੱਤਦੇ ਜਾ ਰਹੇ ਹੋ ਤਾਂ ਯਹੋਵਾ ਤੁਹਾਡੇ ਨਾਲ ਹੈ। मूसा उदों तक जितदा रहा जदों तक परमेश्वर जी उहदे नाल नाल चलदे सी। कदों जदों इस्राएली लोकां नूं मिस्र चों कढ के लेके आया, कदे कोई चमत्कार किया, कदे कोई चमत्कार किया। मूसा कौन सी? एक आम इंसान सी, एक तोतला व्यक्ति सी, बड़े सिर वाला सी। वो कहता प्रभु मैं तेरी से इस्राएली लोगों को नहीं लेके आ सकता, और मैनू तो बोलना नहीं आता, मैं तो ठट्ठा आ। लेकिन पिता परमेश्वर जी वचन दे विच की दसदे ने कि पवित्र आत्मा तेरे बुल्लां दे उत्ते आएगा ते तेनू बोलना सिखा देगा। हालेलुया। सो एक तोतले मनुख ने इस्राएली लोगों को मिस्र देश चों कढ लिआंदा। कदे लाल समुद्र दे विचों दी रास्ता बना दिता, कदे डड्डूआं दे नाल उन्हां नूं भर दिता, कदे पानी लाल बना दिता, लहू बना दिता, कदे कुछ कर दिता, कदे कुछ कर दिता, कदे ढंग दे द्वारा सप बना दिते। की नहीं किया उत्थे मूसा ने पिता परमेश्वर जी दे द्वारा। और जदों कढ के लेके आया तां कदे भुखे सी, कदे मांस मंगदे सी, कदे मन्ने मंगदे सी, कदे पानी मंगदे सी, कदे पहाड़ां चों बोर वांगू पानी निकलदा सी। क्यों? क्योंकि मूसा परमेश्वर दे हुक्म नूं पूरा करदा सी, लेकिन परमेश्वर मूसा दे हुक्म नूं पूरा करदा सी। लोग ओ भी सी जिहड़े इस्राएली लोग सी, लोकां दे विचों ओ भी आंदा जिहड़ा मूसा सी। ना तां मूसा दे कोई अंग घट वध लग्या होया सी ते ना इस्राएलियां दे लग्या होया सी। फर्क इन्ना सी कि इस्राएली लोग चमत्कार देखना चाहुंदे सी ते मूसा चमत्कार करना चाहुंदा सी। ਇਹ ਹੁਣ ਸਾਡੇ ਤੇ ਡਿਪੈਂਡਡ ਹੈ ਕਿ ਅਸੀਂ ਚਮਤਕਾਰ ਕਰਕੇ ਦਿਖਾਉਣੇ ਨੇ ਲੋਕਾਂ ਨੂੰ, ਜਾਂ ਅਸੀਂ ਚਮਤਕਾਰ ਹੁੰਦੇ ਦੇਖਣੇ ਨੇ ਲੋਕਾਂ ਦੇ ਦੁਆਰਾ। ਇਹ ਟੈਗ ਜਿਹੜਾ ਲਵਾਣਾ ਉਹ ਸਾਡੇ ਹੱਥ ਦੇ ਵਿੱਚ ਹੈ ਕਿ ਅਸੀਂ ਕਰਨਾ ਕੀ ਚਾਹੁੰਦੇ ਆ। ਅੱਜ ਅਸੀਂ ਹਰੇਕ ਉੱਚੀ ਛਲਾਂਗ ਲਗਾਉਣਾ ਚਾਹੁੰਦੇ ਆ, ਲੇਕਿਨ ਉਹਦੀ ਤਿਆਰੀ ਨਹੀਂ ਹੁੰਦੀ। ਅੱਜ ਲੋਕੀ ਸਾਨੂੰ ਸੁਣਨਾ ਤਾਂ ਚਾਹੁੰਦੇ ਨੇ, ਲੇਕਿਨ ਸਾਡੀ ਕੋਈ ਬਿਨਾਂ ਤਿਆਰੀ ਤੋਂ ਹੀ ਅਸੀਂ ਜਾ ਕੇ ਖੜ ਜਾਂਦੇ ਆ। हालेलुया। सो मेरे अजीजो अज दा जिहड़ा वचन सी पिता परमेश्वर जी दा हुक्म सी कि अज सानू तौबा करनी सिखाई जावे। कुछ अजिहियां गलतियां ने जिहड़ियां असीं ना समझदे होए भी साडे तो हो जांदियां ने। हरेक शाम नू हरेक रात नू सौण तो पहला अपने पापां दा पश्चाताप करो कि प्रभु जो मेरे तो जाने अनजाने दे विच कोई गलती हो गई है जां भुल चुक हो गई है, तुसीं मैनू माफ करो। ਜਦੋਂ ਅਸੀਂ ਇਦਾਂ ਕਰਦੇ ਆ ਤਾਂ ਪਿਤਾ ਪਰਮੇਸ਼ਰ ਦਾ ਅਨਾਉਂਟਿੰਗ, ਪਿਤਾ ਪਰਮੇਸ਼ਰ ਜੀ ਦਾ ਮਸਾ ਸਾਡੇ ਉੱਤੇ ਹਮੇਸ਼ਾ ਦੇ ਲਈ ਰਹਿੰਦਾ ਹੈ। ਔਰ ਅੱਜ ਵੀ ਅਸੀਂ ਸੌਰੀ ਟੂ ਸੇ ਮੇਰਾ ਜਿਹੜਾ ਟਾਈਮ ਸੀ ਉਹ 9:10 ਦਾ ਸੀ ਲਾਈਵ ਹੋਣ ਦਾ, ਉਹ ਥੋੜਾ ਡਿਸਕਨੈਕਟ ਹੋ ਗਿਆ ਸੀ, ਇਸ ਕਰਕੇ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕਿੱਦਾਂ ਕੀਤਾ ਜਾਵੇ। ਲੇਕਿਨ ਹੁਣ ਪਤਾ ਲੱਗ ਗਿਆ ਕਿ ਕਿੱਦਾਂ ਜਿਹੜਾ ਹੈਗਾ ਉਹ ਸ਼ੋਅ ਦੇ ਵਿੱਚ ਲਾਈਵ ਹੋਣਾ ਹੈ।
सो अगे तो पास्टर गुरचंद सिंह जी पूरी तैयारी दे नाल आउणगे। सो मैनूं पता नहीं सी, ये मेरा फर्स्ट टाइम सीगा। अगर मेरे तो कुछ गलत बोलिया गया होवे तां मैं वो भी तुहाडे तो क्षमा चाहुंदा हां। सो जिहड़ा परमेश्वर दा वचन है, वचन वचन नहीं टलदा। परमेश्वर कहता धरती टल जाएगी ते आकाश टल जाएगा, पर मेरा वचन कदे भी नहीं टलेगा। जो मूसा दे द्वारा काम कर सकदा है, अपने लोकां नूं बचा सकदा है, तां अज जिहड़े जिहड़े भैण भरा मैनूं लाइव देख रहे ने, जिहड़े जिहड़े भैण भरा जिथे जिथे भी आवाज आ रही है, मैं सच कहना कि जिहड़े इंसान ने यीशु मसीह जी दे उत्ते विश्वास कर लिया, अज वो बचेगा तां सही, लेकिन वो लोकां नूं बचाउण वाला भी बन जाएगा। क्यों? जिहड़ा अज पास्टर तुहाडे सामने बैठे प्रचार कर रहा है, प्रचार करनी मेरी हैसियत नहीं सी, मैनू भी बोलना नहीं सी आउंदा, लेकिन मेरे पिता परमेश्वर जी दे आत्मा ने मैनू सारा कुछ सिखा दिता। अज किन्ने किथे किथे परमेश्वर ने अज छोटी जी उम्र दे विच फॉरेन कंट्रियां दे विच प्रचार करवा दिता, 13-14 स्टेटां दे विच प्रचार करवा दिता। मैं समझ नहीं आती कि परमेश्वर ने छोटे टाइम दे विच ते वड्डा काम किवें कर दिता। ये साडे हथ दे विच है, साडे हथ दे विच सब कुछ है। इसे करके मैं तुहानू कहना कि अपनी ताकत नूं, अपनी पावर नूं पहचान लो। सानू परमेश्वर दे हुक्म ते चलण दी जरूरत है। जेकर मूसा परमेश्वर दे हुक्म ते चलदा सी तां ही वो पहाड़ी दे नाल ढांगा टकरा दिंदा सी, पानी निकलदा हुंदा सी पहाड़ी दे विचों, बोर दी तरह पानी चलदा सी। जे ओही परमेश्वर मूसा दे द्वारा काम करदा सी, जे उस मूसा ने अपनी पावर नूं पहचानिया तो पानी दे विच टकरांदा सी ते समुंदर लाल हो जांदा सी, लहू बन जांदा सी। ਉਹ ਜਦੋਂ ਢਾਂਗਾ ਡੇਗਦਾ ਸੀ ਤਾਂ ਉਹ ਸੱਪ ਬਣ ਜਾਂਦਾ ਸੀ, ਦੂਜੇ ਸੱਪਾਂ ਨੂੰ ਖਾ ਜਾਂਦਾ ਸੀ। ਅੱਜ ਵੀ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ। ਉਹ ਸਮਾਂ ਬੜਾ ਅੱਗੇ ਭਿਆਨਕ ਆ ਰਿਹਾ ਹੈ। ਸੋ ਆਓ ਅਸੀਂ ਸਾਰੇ ਜਣੇ ਮਿਲ ਕੇ ਉਸ ਪਿਤਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਾ ਕੇ ਅਸੀਂ ਪਿਤਾ ਪਰਮੇਸ਼ਵਰ ਜੀ ਦੇ ਵਰਗੇ ਬਣ ਜਾਈਏ ਔਰ ਅਸੀਂ ਉਹਦੇ ਯਿਸੂ ਦੇ ਲਹੂ ਦੇ ਵਿੱਚ ਰੰਗੇ ਜਾਈਏ ਤੇ ਸਾਡਾ ਜੀਵਨ ਦੇ ਵਿੱਚੋਂ ਯਿਸੂ ਦੀਆਂ ਮਹਿਕਾਂ ਆਉਣੀਆਂ ਸ਼ੁਰੂ ਹੋ ਜਾਣ ਤੇ ਲੋਕ ਸੋਚਣ ਤੇ ਮਜਬੂਰ ਹੋ ਜਾਣ ਕਿ ਵਾਕਈ ਇਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਯਿਸੂ ਮਸੀਹ ਜੀ ਦਾ ਦਿੱਤਾ ਹੈ। ਹਾਲੇਲੂਇਆ। ਸਾਡੇ ਸਰੀਰਾਂ ਦੇ ਵਿੱਚੋਂ ਕੋਈ ਵੀ ਦਿਖਾਵੇ ਦੀ ਕਮੀ, ਜਿਹੜਾ ਦਿਖਾਵਾ ਹੈ ਉਹ ਸਾਡੇ ਸਰੀਰਾਂ ਦੇ ਵਿੱਚੋਂ ਨਾ ਦਿਖੇ। क्यों? लोकी साडे कम्मां तो सानू पहचान लेंदे ने कि इहदे अंदर की है। हालेलुया। कुछ ही दिनां दे विच तुसीं एक वीडियो नूं देखोगे, मेरी फिल्म बन के आ रही है जिहदे विच मैं अपना जीवन दिखाया। सो मैं पहला भी दस रहा सी, माई लाइफ इज वेरी डिसगस्टिंग, आई एम नॉट सैटिस्फाइड। मैं बिल्कुल भी संतुष्ट नहीं सी अपनी लाइफ तो। अज मैं जिथे भी जाना हाँ, पिता परमेश्वर जी की हजूरी दे विच मैं आनंदित हाँ ते मैं शांत भी हाँ और पिता परमेश्वर ने मैनू संभाल के भी रखा है। अज जेडे जेडे लाइव सुन रहे ने, अज पिता परमेश्वर जी का वचन उन्हां दी जिंदगियां च काम करेगा और यीशु मसीह दा आत्मा उन्हां दे नाल जाएगा। हालेलुया। विश्वास करना, पवित्र आत्मा जी अज तुहानू छूणगे, अज टच करनगे, अज दी नाइट तुहाडे नाल गल करनगे। हालेलुया। सो जिहड़े जिहड़े भी लाइव देख रहे ने, वो अज दी नाइट तुसी अद्धा घंटा परमेश्वर नूं देना, सिर्फ अद्धे घंटे दे विच ही पवित्र आत्मा तुहाडे कोल आउणा शुरू हो चुकिया। असीं प्रेयर करांगे जिन्ने भी इस टाइम असीं लाइव जुड़े होए हैं, जिन्ने भी भैण भरा साडे नाल अपना रिवाइवल ग्रुप दे विच अपने लाइव चल रहे हैं, असीं सबो दे लई प्रेयर करांगे और पूरे वर्ल्ड दे लई प्रार्थना करांगे। जिथे जिथे भी साडी आवाज आ रही है, प्रभु होण दे तेरे काम नूं, बचन दे तेरे लोकां नूं, अज होण दे पाप नूं खत्म। जिथे जिथे भी पाप बधया प्रभु साडी आवाज आवे, वो जगह पवित्र हो जावे। जिथे तेरा लहू जांदा ते वो जगह नूं आजादी आ जांदी है। हालेलुया। सो आओ आपां सारे जने अपने पापां दे जीवन नूं छड्डिए ते असीं पिता परमेश्वर जी दे हुक्म दे विच जाइए, ओहदे वचनां दे विच जाइए कि प्रभु जो भी साडे तो गलतियां होईयां ने सानू क्षमा करके सानू माफ कीतियां जाण और असीं अगे तो जिहड़ा हैगा जीवन तेरे वचन दे अकॉर्डिंग असीं जी सकीए। आओ पवित्र आत्मा जी साडी अगवाई करो। धन स्वामी सतगुरु यीशु मसीह दे जिंदा ते जलाली नाम दे विच
पिता परमेश्वर जी के लो होके मांगदे असी सारे बोलो आमीन। हालेलुया हालेलुया। Amen. Hallelujah. Hallelujah. हाँ, हालेलुया। Hallelujah. Hallelujah. तो विश्वास करते हैं Praise the पिता Lord. परमेश्वर जी ਦਾ ਕਲਾਮ ਅੱਜ ਸਭ ਦੀ ਜ਼ਿੰਦਗੀ ਦੇ ਵਿੱਚ ਕੰਮ ਕਰੇਗਾ। Amen. 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 Thank you so much. Thank you so much, dear Pastor. Thank you so much for this wonderful word of God. कि हमें रिमाइंड आपने कराया कि हमें अपनी जिंदगी से पछताव करना है. We have to repent ourselves from the wicked ways. Hallelujah. हमारे बुरे कामों से हमें पश्चाताप करना है. हमें पुराने विचारों से हमें पश्चाताप करना है. हमारे पुराने लाइफ से हमें पश्चाताप करना है और हमें खुदा के साथ एक नए रिश्ते के साथ चलना है. हालेलुया. थैंक यू सो मच पास्टर. आपने बहुत एक लाइफ चेंजिंग जो कलाम आपने हमारे बीच में दिया है. ये बहुत ही जरूरी है कि हम अपने लाइफ को दिन प्रतिदिन क्या करें, नाप तौल करें कि कहाँ पे हम लोग गिर गए हैं, कहाँ पे हम लोग गलत हो गए हैं, कहाँ पे हम लोग गलत बोला है, कहाँ हम लोग ने गलत सोचा है. क्योंकि हम एक जिंदा परमेश्वर को मानते हैं और एक पवित्र खुदा को मानते हैं, तो उसके करीब जब हम जाते हैं तो हमें अपने आप को पवित्र रखना है. Hallelujah. Thank you so much, dear pastor. And मैं बहुत शुक्रगुजार हूँ पास्टर गुरचंद साहब का कि उन्होंने कीमती वक्त निकालकर हमारे बीच में आए और खुदा के कलाम को पेश किया. मैं आपको बताना चाहता हूँ पास्टर जी के बारे में कि खुदा ने इनको बड़ी मिनिस्ट्री दी है पंजाब में, पटियाला डिस्ट्रिक्ट के अंदर में, समाना रियादगढ़ के शहर में. खुदा इनको बहुत ऐसे इस्तेमाल कर रहा है. और आप कभी भी चाहें पंजाब अगर कभी आते हैं या इनके यहाँ आते हैं तो आप उनको कॉल करके उनके यहाँ विजिट कर सकते हैं, उनसे मिल सकते हैं, उनसे दुआ करा सकते हैं. और जितने मुझे ऑनलाइन देख रहे हैं, आप अगर चाहते हैं कि आपके लिए दुआ की जाए, आपके लिए प्रार्थना की जाए, तो कृपया करके अपने नाम को लिखिए. Please write down your name and place and prayer request where you are watching from so that we can have a special prayer request for you all. Hallelujah. और खुदा के दास जो है वो अभी दुआ करेंगे आप सबके लिए. और जिसके पास में भी अगर कोई भी प्रार्थना का रिक्वेस्ट है, प्लीज अपने माइक को अनम्यूट करें और उनसे कहें कि आपकी जो भी प्रेयर रिक्वेस्ट है वो प्रार्थना करेंगे. और प्लीज आप अपना वक्त. यस, ओके. वी हैव वन प्रेयर रिक्वेस्ट फ्रॉम यूएस. हमारे बीच में एक सिस्टर है यूएसए से, उनका नाम है राशि सिस्टर. सो उनके लिए आपने दुआ करना है कि खुदा उनको उनके लाइफ में उन्हें आशीष दे. और हम काफी उनके लिए हमने प्रार्थना करना है कि खुदा उनको एक बेबी से ब्लेस करे. हालेलुया. तो हम लोग दुआ करेंगे. पास्टर जी से मैं निवेदन करना चाहूंगा, और भी अगर किसी के पास प्रेयर रिक्वेस्ट है तो जल्दी आप उनको बोल दीजिए ताकि एक ही साथ वो वारिस साहब जो है वो दुआ कर सके. प्लीज ओपन योर माइक. आपको डियर पास्टर, मैं आपको बताना चाहता हूं कि ये गॉड गिफ्ट है वे ऑफ फेथ मिनिस्ट्री के पास पिता परमेश्वर जी का दिया हुआ, कि आज से बेबी ब्लेसिंग का जो गिफ्ट है वो वे ऑफ फेथ मिनिस्ट्री को परमेश्वर ने दिया हुआ है. और बच्चा होने से पहले उसका नाम रखा जाता है. हालेलुया. आमीन. बेबी होने से पहले उसका नाम जो है सैमुअल रखा जाता है. जैसे हन्ना के पास 14 साल के बाद बच्चा हुआ था, वैसे ही इन बहनों के पास भी बच्चे होते हैं. हालेलुया. आमीन. सो ब्रदर, आपने जो रिक्वेस्ट भेजी थी मेरे को प्रेयर करने के लिए, बहन राखी है ना, उसके लिए बेबी के लिए प्रेयर करनी है. राशिदा, राखी नहीं, नो, उनका नाम है राशि. राशिदा, उनका नाम है. या राशिदा. रास्ता. हाँ जी. चलो आओ हम प्रार्थना करते हैं. और मेरे हस्बैंड का नाम जोहेब है. मेरे प्रभु, मेरे पिता, मेरे परमेश्वर जी, मैं बहन रास्ता को तेरे हाथों में सौंपता हूँ पिता परमेश्वर. जहां पे भी वो मेरी आवाज को सुन रही है पिता परमेश्वर, तेरे स्वर्गीय दूत अभी इसी टाइम उसके पास जाए पिता परमेश्वर. तेरा पवित्र आत्मा उसके पास जाए मेरे पिता परमेश्वर. और मैं पिता परमेश्वर के शरीर को तेरे हाथों में सौंपता हूँ और पवित्र आत्मा के साथ भर देता हूँ इसी समय पिता परमेश्वर. और यीशु मसीह के लहू के साथ मैं एक एक अंग को धो देता हूँ पिता परमेश्वर.
मेरे पिता मेरे प्रभु, अब भी इसी वक्त जो बच्ची को नीड है, जो जरूरत है पिता परमेश्वर, तेरे स्वर्ग से पूरी हो जाए मेरे पिता मेरे परमेश्वर। तुम मांगने से पहले जानते हो कि हमको किस चीज की जरूरत है पिता परमेश्वर। आओ पवित्र आत्मा जी, इस बच्ची के साथ जाओ और इस बच्ची को अभी आजाद कर दो, और जो चाहती है वैसा ही हो जाए, इसके विश्वास के द्वारा इसके लिए वैसा हो जाए पिता परमेश्वर। जो इसने अपने दास से पिता परमेश्वर प्रेयर रिक्वेस्ट मांगी है, प्रभु जी मैं आपका दास होने के नाते प्रार्थना करता हूँ कि अब भी इसी वक्त भरना शुरू हो जाए प्रभु जी। बहुत जल्द, बहुत कम समय के अंदर ये एक बड़ी गवाही के साथ आए पिता परमेश्वर मेरे प्रभु। हम तो मिलके मांगते हैं हमारे पिता परमेश्वर से, धन स्वामी सतगुरु यीशु मसीह के जिंदा और जलाली नाम से, आमीन आमीन आमीन। लो जी ब्रदर। आमीन 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 आमीन। और भी अगर किसी के पास प्रेयर रिक्वेस्ट है हमारे बीच में, तो आप उनको प्लीज आप अपना माइक ऑन कीजिए, प्लीज आप उनको बोलिए ताकि आपके लिए प्रार्थना की जाए। यस प्लीज। पास्टर जी, हाँ जी। यस। ਇੱਕ ਸਿਸਟਰ ਹੈ ਸਾਡੀ ਕਲੀਸਿਆ ਚ ਆਂਦੇ ਆ ਤੇ ਉਹਨਾਂ ਨੂੰ ਦੁਸ਼ਟ ਆਤਮਾ ਦੇ ਨਾਲ ਤੇ 20 ਸਾਲ ਹੋ ਗਏ ਉਹਨਾਂ ਨੂੰ ਬੇਬੀ ਨਹੀਂ ਆ। ਬੇਬੀ ਉਹਨਾਂ ਨਹੀਂ ਵਾਸਤੇ ਹਾਂਜੀ, ਉਹਨਾਂ ਵਾਸਤੇ ਪ੍ਰੇਅਰ ਕਰਨੀ ਆ। ਤੇ ਇੱਕ ਹੁਣੇ ਮੈਨੂੰ ਰਿਕੁਐਸਟ ਆਈ ਆ ਤੇ ਸਿਸਟਰ ਕਿਰਨ ਹੈ, ਉਹਨਾਂ ਨੇ ਕਿਸੇ ਕੋ ਪੈਸੇ ਲੈਣੇ ਆ ਤੇ ਉਹ ਦੇ ਨਹੀਂ ਰਹੇ ਉਹਨਾਂ ਨੂੰ। ਕਿਰਨ ਭੈਣ ਪੈਸੇ ਲੈਣੇ ਆ? ਹਾਂਜੀ, ਉਹ ਬਸ ਵਾਅਦਾ ਕਰੀ ਜਾਂਦੇ ਅੱਜ ਕੱਲ ਕਰੀ ਜਾ ਰਹੇ ਆ ਤੇ ਦੇ ਨਹੀਂ ਰਹੇ, ਮੁਕਰ ਗਏ ਫਿਰ। ਤੇ ਇੱਕ ਰੇਖਾ ਜਿਹੜੀ ਸਿਸਟਰ ਭੈਣ ਵਾਸਤੇ ਨੂੰ ਦੁਸ਼ਟ ਆਤਮਾ ਸੀਗਾ ਉਹਦਾ ਨਾਮ ਕੀ ਹੈ? ਰੇਖਾ ਸਿਸਟਰ ਬ੍ਰਦਰ ਜੀ। ਰੇਖਾ? ਹਾਂ ਰੇਖਾ। ਓਕੇ, ਆਓ ਆਪਾਂ ਪਹਿਲਾਂ ਭੈਣ ਰੇਖਾ ਦੇ ਲਈ ਪ੍ਰੇਅਰ ਕਰਦੇ ਹਾਂ। ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਜਲਾਲੀ ਨਾਮ ਦੇ ਵਿੱਚ ਮੈਂ ਆਪਣੀ ਭੈਣ ਰੇਖਾ ਨੂੰ ਤੇਰੇ ਕਦਮਾਂ ਦੇ ਵਿੱਚ ਲੈ ਕੇ ਆਉਣਾ ਪਿਤਾ। ਪ੍ਰਭੂ ਯਿਸੂ ਮਸੀਹ ਜੀ ਦੇ ਸਾਮਰਥੀ ਜਿੰਦਾ ਜਲਾਲੀ ਲਹੂ ਦੇ ਵਿੱਚ ਮੈਂ ਧੋ ਦਿੰਦਾ ਹਾਂ ਪਿਤਾ ਪਰਮੇਸ਼ਰ ਜੀ। ਔਰ ਇਸੇ ਟਾਈਮ ਮੈਂ ਫਾਈਟ ਕਰਨ ਵਾਲੇ ਸਵਰਗੀ ਦੂਤਾਂ ਨੂੰ ਰਿਲੀਜ਼ ਕਰ ਦੇਣਾ ਉਸ ਬੱਚੀ ਰੇਖਾ ਦੇ ਉੱਤੇ, ਔਰ ਜਿੱਥੇ ਵੀ ਉਹ ਬੈਠੀ ਹੈ ਪ੍ਰਭੂ ਤੇਰੇ ਸਵਰਗੀ ਦੂਤ ਇਸੇ ਟਾਈਮ ਜਾਣ ਔਰ ਉਸ ਬੱਚੀ ਨੂੰ ਆਜ਼ਾਦ ਕਰ ਦੇਣ ਪਿਤਾ ਪਰਮੇਸ਼ਰ ਤੇਰੇ ਲਹੂ ਦੇ ਦੁਆਰਾ। और जो भी दुष्ट आत्मा उस शरीर के अंदर है, जो किते कराए जादू टोने टामण इसे टाइम टुट जाने यीशु मसीह नासरी दे नाम दे विच मेरे प्रभु मेरे पिता परमेश्वर जी। इसे टाइम बच्ची रेखा तंदुरुस्त हो जावे और तेरे स्वर्गीय दूतों की हमेशा अगवाई करते रहन पिता परमेश्वर। बड़ी ब्लैसिंग दे द्वारा इसे टाइम वो आजाद हो जावे। ये दुआ मंगदे हैं साडे उद्धार करता पिता परमेश्वर जी दे कोलों यीशु मसीह दे नाम दे विच, आमीन आमीन। जी यस। एक आपने नाम जो था किरण, किरण लिखाया था जिससे पैसे लेने हैं ना, कोई किरण सिस्टर थी जिन्होंने पैसे लेने ने लेकिन वो देने वाला दे नहीं रहा। आओ अपन सिस्टर किरण दे लिए भी प्रार्थना करते हैं। ਅੱਖਾਂ ਨੂੰ ਬੰਦ ਕਰਾਂਗੇ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ, ਮੈਂ ਬੱਚੀ ਕਿਰਨ ਦੇ ਲਈ ਦੁਆ ਪ੍ਰਾਰਥਨਾ ਕਰਦਾ ਹਾਂ। ਬੱਚੀ ਕਿਰਨ ਜਿੱਥੇ ਵੀ ਹੈ ਪਿਤਾ ਪਰਮੇਸ਼ਵਰ, ਔਰ ਜਿਸ ਵੀ ਇਨਸਾਨ ਤੋਂ ਪੈਸੇ ਲੈਣੇ ਨੇ ਪ੍ਰਭੂ, ਇਸੇ ਟਾਈਮ ਤੇਰਾ ਆਤਮਾ ਉਸ ਉੱਤੇ ਜਾਵੇ ਤੇ ਉਹਦੇ ਦਿਲ ਨੂੰ ਹਲੀਮ ਕਰ ਦੇ ਮੇਰੇ ਪਿਤਾ ਪਰਮੇਸ਼ਵਰ। ਮੇਰੇ ਪ੍ਰਭੂ ਪਿਤਾ ਪਰਮੇਸ਼ਵਰ, ਤੁਹਾਡਾ ਵਚਨ ਦੱਸਦਾ ਹੈ ਕਿ ਤੁਹਾਡੇ ਹੱਕ ਨੂੰ ਖਾਣ ਵਾਲਿਆਂ ਨੂੰ ਮੈਂ ਝਿੜਕਾਂਗਾ ਪਿਤਾ ਪਰਮੇਸ਼ਵਰ। ਜਾਏ ਤੇਰਾ ਆਤਮਾ ਉਸ ਬੰਦੇ ਦੇ ਉੱਤੇ ਜਿਹਨੇ ਭੈਣ ਕਿਰਨਾਂ ਦੇ ਪੈਸੇ ਦੇਣੇ ਨੇ, ਕਿਰਨ ਦੇ ਦੇਣੇ ਨੇ ਪਿਤਾ ਪਰਮੇਸ਼ਰ, ਉਹਦਾ ਹੱਕ ਉਹਦੇ ਕੋਲ ਆ ਜਾਵੇ ਤੇ ਪਿਤਾ ਪਰਮੇਸ਼ਰ ਉਹਦੇ ਪਰਿਵਾਰ ਨੂੰ ਮੈਂ ਤੇਰੇ ਹੱਥਾਂ ਦੇ ਵਿੱਚ ਸੌਂਪਦਾ ਹਾਂ। ਯਹੋਵਾ ਅਗਵਾਈ ਕਰੋ ਪਵਿੱਤਰ ਆਤਮਾ ਦੇ ਦੁਆਰਾ, ਔਰ ਯਿਸੂ ਮਸੀਹ ਜੀ ਦੇ ਲਹੂ ਦੀ ਮੈਂ ਪਵਿੱਤਰ ਵਾੜ ਲਗਾ ਦਿੰਦਾ। ਕੋਈ ਵੀ ਸ਼ੈਤਾਨੀ ਤਾਕਤ ਉਹਨਾਂ ਨੂੰ ਤੰਗ ਨਾ ਕਰ ਸਕੇ ਤੇ ਉਹਨਾਂ ਦੀਆਂ ਲੋੜਾਂ ਜ਼ਰੂਰਤਾਂ ਹਮੇਸ਼ਾ ਤੇਰੇ ਸਵਰਗੀ ਤੇਜ ਧਨ ਦੇ ਵਿੱਚੋਂ ਪੂਰੀਆਂ ਕਰ ਦੋ ਮੇਰੇ ਪ੍ਰਭੂ ਮੇਰੇ ਪਿਤਾ ਪਰਮੇਸ਼ਰ। ਜਿਨ੍ਹਾਂ ਦੀਆਂ ਲੋੜਾਂ ਜ਼ਰੂਰਤਾਂ ਤੁਸੀਂ ਸਵਰਗੀ ਤੇਜ ਧਨ ਦੇ ਵਿੱਚੋਂ ਪੂਰੀਆਂ ਕਰ ਦਿਓ, ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਰਹਿੰਦੀ। ਔਰ ਮੈਂ ਭੈਣ ਕਿਰਨ ਦੇ ਲਈ ਪ੍ਰਾਰਥਨਾ ਕਰਦਾ ਹਾਂ ਕਿ ਇਹਨਾਂ ਨੂੰ ਹਮੇਸ਼ਾ ਇਹਨਾਂ ਦਾ ਦਬਿਆ ਹੋਇਆ ਧਨ ਵਾਪਸ ਆ ਜਾਏ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਹਾਂ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ, ਆਮੀਨ ਆਮੀਨ ਆਮੀਨ। ਲੋਰੀ ਸਾਹਿਬ ਜੀ। हेलो ਹਾਂਜੀ हेलो सिस्टर पास्टर जी। जी, मेरा नाम शमाइमा है। क्या नाम है सिस्टर? शमाइमा। शिमाइमा। यस ओके पास्टर जी, आपने मेरे लिए प्रेयर करनी है, मेरी स्पिरिचुअल ग्रोथ के लिए, मैं अपनी रूहानी जिंदगी में आगे बढ़ूं, खुदा के साथ ज्यादा वक्त बिताऊं और मैं कलाम की डेप्थ को समझ पाऊं।
और ओके और एक और प्रेयर रिक्वेस्ट है, मेरा एमडी कैट का रिजल्ट अनाउंस होना है। एक्सपेक्टेड डेट जो है वो 15 दिसंबर है, सो इसके लिए भी। ओके, लो मैं आपके लिए प्रे करता हूँ सिस्टर जी। अभी पवित्र आत्मा आपके पास आ रहा है, सिर्फ महसूस करना है अपने आंखें बंद करके। पवित्र आत्मा जी अभी इसी टाइम इस बच्ची को छू लो पिता परमेश्वर, महिमा के पास जाओ अभी इसी वक्त पिता परमेश्वर। मैं रिलीज करता हूं तेरे आत्मा को प्रभु। जो बच्ची ने मांगा है पिता परमेश्वर, इसने कोई धन नहीं मांगा, इसने कोई दौलत नहीं मांगी, इसने कोई शौहरत नहीं मांगी, लेकिन इसने एक ही चीज मांगी है, आपका ईश्वरीय ज्ञान। इसने एक ही चीज मांगी पिता परमेश्वर, आपके साथ रिश्ता जोड़ने के लिए क्या किया जाए। जैसे सुलेमान ने पिता परमेश्वर बुद्ध को चुना था, अकल को चुना था, उसने पैसा नहीं मांगा, लेकिन आपने उसको इतनी अकल बुद्ध दे दी कि वो दुनिया का सबसे बड़ा राजा बना। और मैं अभी इसी वक्त बहन पिता परमेश्वर महिमा को तेरे हाथ में सौंपता हूं कि इसको पिता परमेश्वर वो चीज मिल जाए जो किसी के पास नहीं है, जो मांगना चाहती है पिता परमेश्वर, जो इसके अंदर पिता परमेश्वर खींच हो रही है यीशु के नाम से पिता परमेश्वर। इसका आत्मा जुड़ रहा है आपके साथ मेरे पिता परमेश्वर। जो बच्ची मांग रही है आपके रिश्ते को, आपके प्यार को पिता परमेश्वर, आपके अनुग्रह को, आपके अभिषेक को पिता परमेश्वर, वो अभिषेक अब भी इसी वक्त इस शरीर के ऊपर उतरे मेरे पिता परमेश्वर। मैं बड़े मसा को देख रहा हूं इस बच्ची के ऊपर आ रहा है मेरे प्रभु, मेरे पिता मेरे परमेश्वर। जो भी इस बच्ची ने एग्जाम की तैयारी देनी है, किसी भी एग्जाम की तैयारी देनी है, वो एग्जाम में पिता परमेश्वर बच्ची सफल हो जाए और पिता परमेश्वर अव्वल नंबरों के ऊपर पास हो मेरे पिता परमेश्वर। और मैं दुआ प्रार्थना करता हूँ इस बच्ची को अपने गहरे मुकाशमों से भर दे पिता परमेश्वर, और बाइबल के एक एक वचन को पिता परमेश्वर इस बच्ची के दिल के अंदर टिका दो और बात करना शुरू कर दो पवित्र आत्मा के द्वारा। आओ पवित्र आत्मा जी इस बच्ची के ऊपर अपने अभिषेक को लेकर आओ और बच्ची को पिता परमेश्वर निखारो और निखारो, अपने ईश्वरीय ज्ञान से भर दो पिता परमेश्वर। यीशु मसीह के नाम से ये मैं दुआ मांगता हूँ हमारे उद्धार करता पिता परमेश्वर जी से, आमेन आमेन Amen. 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 लो जी राजे। Amen. Hallelujah. Jesus. Thank you, Jesus. सनी, आपके पास कोई prayer request है? Hallelujah. Thank you, Lord. Thank you, Jesus. हाँ जी हाँ जी, कोई prayer request है आपके पास? हाँ जी पास्टर जी वाइफ वास्ते कर दो प्रेयर। ओके ओके ठीक है। आप पूरा बताइए किस बात के लिए प्रेयर करना है, उनको पास्टर जी को बताइए। डिप्रेशन दी है, डिप्रेशन दवाई चलती पई है, दर्द हुंदा सिर। एक तो सिर दर्द होता है। हाँ जी कर हाँ जी जैमसी की पास्टर जी। जैमसी पास्टर जी। जैमसी रजे शिक्षा को तुसी। हाँ जी हाँ हाँ जी जी पास्टर जी सिर, मेरी एक तो बीपी। नहीं डिप्रेशन डिप्रेशन दा जी। ओके 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 डिप्रेशन। हाँ जी दर्द करदा जी सिर बहुत ज्यादा। हुण सिर दर्द हो रहा ਤੁਹਾਡਾ? नहीं हुण नहीं हुंदा पिया जी। ओके हुण डिप्रेशन ਤਾਂ नहीं है ਤੁਹਾਨੂੰ? हाँ जी है हाँ जी हाँ कोई नहीं, ਅੱਖਾਂ ਬੰਦ ਕਰੋ ਹੁਣੀ ਤੁਸੀਂ। देखो पवित्र आत्मा ਤੁਹਾਡੇ ਕੋਲ ਆ ਰਿਹਾ ਔਰ ਤੁਹਾਡੇ ਸਾਰੇ डिप्रेशन ਨੂੰ ਖਤਮ ਕਰਕੇ ਜਾ ਰਿਹਾ ਇਸੇ ਟਾਈਮ। In the name of Jesus Christ, हालेलुया। मेरे फादर मेरे पिता परमेश्वर, मैं तेरे स्वर्गीय दूतों को अभी इसी वक्त इस शरीर के ऊपर रिलीज करता हूँ पिता परमेश्वर, जो तेरे दास के साथ पिता परमेश्वर इसी टाइम लाइव चल रहे हैं, और मैं इनको तेरे हाथों में सौंपता हूँ मेरे पिता मेरे परमेश्वर। तेरा अनुग्रह तेरा अभिषेक इस बच्ची के ऊपर उतरे पिता परमेश्वर, और सारा डिप्रेशन गायब हो जाए, क्योंकि तेरा वचन बताता है कि जो तुझको चिंता है मेरे ऊपर छोड़ दो पिता परमेश्वर। तेरा वचन दसदा है
कि सारी चिंता मेरे उत्ते सुट छड्डो क्योंकि मैनू तुहाडा फिक्र है। प्रभु साडी सारी चिंता तेरे उत्ते है। भावें ਅਸੀਂ ਲੋਕਾਂ ਦੇ ਕਰਜ਼ੇ ਦੇਣੇ ਨੇ, ਭਾਵੇਂ ਸਾਨੂੰ ਪਿਤਾ ਪਰਮੇਸ਼ਰ ਲੋਕ ਸਤਾਉਂਦੇ ਨੇ, ਭਾਵੇਂ ਅੱਜ ਸਾਡੇ ਕੋਲ ਰਹਿਣ ਦੇ ਲਈ ਘਰ ਨਹੀਂ ਹੈ, ਭਾਵੇਂ ਅੱਜ ਸਾਡੇ ਕੋਲ ਖਾਣ ਦੇ ਲਈ ਰਾਸ਼ਨ ਨਹੀਂ ਹੈ, ਪਰ ਪਿਤਾ ਪਰਮੇਸ਼ਰ तेरा वचन सानू रजा के रखता है। हालेलुया। तेरा वचन सानू हमेशा के लिए रजा के रखता है और तेरा वचन सानू शांति दे के रखता है। प्रभु आओ पवित्र आत्मा जी इस बच्ची दी सारी डिप्रेशन दी गंदी प्रॉब्लम नु हमेशा के लिए खत्म कर देने आ। यीशु मसीह नासरी जी दे सामर्थी जिंदा दे जलाली नाम दे विच ਅਸੀਂ मिल के मंगदे आ पिता परमेश्वर जी दे कोलों। आमीन आमीन Amen. 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 Praise the Lord. Hallelujah. Thank you so much, Pastor. हमारे पास कुछ प्रार्थना के रिक्वेस्ट आए हैं पास्टर जी। हमारे पास एक फैमिली है मलेशिया से और उस फैमिली में एक बेटा है, उसका नाम है एरन। और उस बच्चे को एरन नाम है। हाँ। तो वो बच्चा जो है आज वो गिर गया है, तो उसका जो हाथ है वो एकदम से मुड़ गया है। ओके। और उसको हॉस्पिटल लेके गए हैं। आई थिंक अभी मुझे पता नहीं उसके बारे में कि उसका एक्शन हो रहा है, तो क्या हुआ है उसको, तो हम प्रार्थना करें कि खुदा उसको सलामत रखे। और दूसरी प्रेयर रिक्वेस्ट है हमारे पास पाकिस्तान से एक बहन है, उनका नाम है अरुणा शहर। अरुणा शहर। अरुणा शहर। अरुणा शहर। हाँ हाँ अरुणा शहर जी। उनका पैर में जी उनके पैर में इन्फेक्शन हो गया है और उनका ऑपरेशन भी हुआ, लेकिन फिर उनका जो इन्फेक्शन वो ठीक नहीं हो पा रहा है। तो उनके लिए दुआ कीजिएगा ताकि वो इन्फेक्शन ठीक हो जाए और अपनी पढ़ाई में वो आगे बढ़ सके। इनके लिए भी दुआ कीजिएगा। और साथ में एक और प्रेयर रिक्वेस्ट है नीदरलैंड से। हमारे बीच में एक फैमिली है, उनका नाम वो इवेंजलिस्ट है, उनका नाम है एंसन सिकंदर और उनकी वाइफ और उनकी 2 बेटियां हैं। और अभी एक्चुअली वो हमारी मीटिंग में रोज होते हैं और सारे मीटिंग को जो होस्ट करते हैं और जो स्पॉन्सर करते हैं वो वही करते हैं फैमिली। लेकिन अभी 1 हफ्ते से वो हमारे बीच में नहीं आ पा रहे हैं क्योंकि वहाँ की सरकार की तरफ से कुछ प्रोसेस चल रहा है उनके लिए। तो प्रार्थना करें कि जितना भी प्रोसेस उनके ऊपर लीगल प्रोसेस हो रहा है वो सब सक्सेसफुल हो सके और वो वहां पर उनको परमानेंट उनको पीआर मिल सके और वहां पर ही वो रह सके। तो उनके लिए दुआ कीजिएगा कि खुदा उनको वहां पर सलामत रखे। उनका नाम है एंसन सिकंदर और उनकी फैमिली के लिए एंसन एंसन एडसन। ठीक है जी। और हमारे पास अभी 3 प्रेयर रिक्वेस्ट हैं। जी चौथी प्रेयर रिक्वेस्ट है मेरे लिए और मेरी वाइफ के लिए। मेरी वाइफ जो है वो अभी मेरी वाइफ को 8 महीना का प्रेग्नेंट है मेरी वाइफ। तो नेक्स्ट मंथ उनका डिलीवरी है, तो सेफ डिलीवरी के लिए प्रेयर कीजिएगा और हर एक बातों के लिए। और साथ साथ में हम लोग प्रेयर कर रहे हैं कि परमेश्वर आने वाले समय में हमें एक चर्च बिल्डिंग दे सके, ताकि हम लोग, क्योंकि अभी हम लोग रेंटेड चला रहे हैं और 3-4 जगह हम लोग बदल चुके हैं, तो हमें खुदा हमें खुद का चर्च बिल्डिंग दे सके। उसके लिए भी दुआ कीजिएगा कि हम लोग अपने खुद के चर्च बिल्डिंग में आराधना कर सके। हमारे पास कुछ पैसा है लेकिन और भी पैसा हमारे पास आ सके, तो दुआ करें खुदा हमारे। सिस्टर जी का नाम क्या है पास्टर जी? वाइफ का नाम है पास्टर रेखा। ओके जी पास्टर रेखा है और प्रार्थना कीजिएगा कि खुदा उनको एक अच्छी नॉर्मल डिलीवरी दे। और भी अगर और किसी के पास, हाँ एक और प्रेयर रिक्वेस्ट है असम से, नॉर्थ ईस्ट असम इंडिया से, नॉर्थ ईस्ट असम इंडिया से एक सिस्टर है, उनका नाम है ज्योति दीप। ज्योति दीप 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 टीम दीप दीप दीपक दीपक वाला दीप। ओके ज्योति दीप। जी उनको इन दिनों में फीवर है, बुखार है, शरीर काफी परेशानी, उनके लिए भी दुआ कीजिएगा ताकि खुदा उनको चंगाई दे सके। और एक और प्रेयर रिक्वेस्ट है दिल्ली से, एक भाई हैं हमारे, वो अभी मीटिंग में थे, शायद कुछ प्रॉब्लम आ रहा था हमारे बीच में इसमें इंटरनेट में, तो डिस्कनेक्ट हो गए। उनका नाम है अमन, दिल्ली से उनका नाम है अमन। और
उनको किडनी का प्रॉब्लम है और उनका ब्लड प्रेशर हाई हो जाता है, तो उनके लिए दुआ कीजिएगा। वो ऑलमोस्ट 23, 24, 25 साल का लड़का है, अभी नया विश्वासी है, तो विश्वास बहुत खुदा में वो बहुत बढ़ रहा है। साथ में दुआ करें कि खुदा उसको चंगाई दे सके और उसका पूरा परिवार हिंदू परिवार है, तो वो अपने परिवार में एक बड़े अद्भुत काम को कर सके। और उस बच्चे के नाम में अमन, और उनकी मम्मी के लिए भी दुआ कीजिएगा ताकि उनकी मम्मी जो है वो उनके पैर में प्रॉब्लम है, इन्फेक्शन है, तो उनके लिए भी दुआ कीजिएगा। जी पास्टर प्लीज। चलो हम पहले जो आपने प्रेयर रिक्वेस्ट लिखाई है, मेरे पास 6 रिक्वेस्टें आई हैं अभी, ठीक है। तो हम एक एक के लिए पहले दुआ करना शुरू करते हैं। आमीन, हालेलुया। सर्वशक्तिमान पिता परमेश्वर प्रभु यीशु मसीह जी, मैं जो भी मलेशिया में पिता परमेश्वर बेटा एरन जो गिर गया है पिता परमेश्वर, गिरने के कारण उसको चोट आई है प्रभु, मैं वो सारे जख्मों को भर देता हूँ यीशु के नाम से, और यीशु के लहू को यीशु के मांस के साथ पिता परमेश्वर वो सारा शरीर भर जाए अभी इसी वक्त पिता परमेश्वर। वो बच्चा तंदुरुस्त हो जाए, जहां पे भी है पिता परमेश्वर तेरा आत्मा जाए, उस बच्चे को आजाद करता जाए मेरे प्रभु। और पिता परमेश्वर जी तेरा आत्मा अभी छुए उसको, और तेरी शक्ति तेरी सामर्थ जाए और बच्चे को अब भी आजाद कर दे पिता परमेश्वर। हर एक वो जख्म, हर एक वो घाव भर जाए यीशु के लहू के साथ मेरे पिता। ये मैं दुआ प्रार्थना मांगता हूँ हमारे उद्धारकर्ता के नाम से पिता परमेश्वर जी से, आमीन आमीन। पिता परमेश्वर जी, मैं दूसरी प्रार्थना करता हूँ जो बहन पाकिस्तान से है, अरुणा शहर पिता परमेश्वर, जिसके पैर में इन्फेक्शन आई है प्रभु जी, वो सारी इन्फेक्शन को मैं खत्म कर देता हूँ पिता परमेश्वर। और बच्ची अरुणा शहर को तेरे हाथों में सौंपता हूँ, और तेरा आत्मा अभी इसी वक्त उसको चंगा करे और छुए तेरा आत्मा पिता परमेश्वर, जुम्मस करे इसी टाइम उस बच्ची के ऊपर पिता परमेश्वर, तेरा अभिषेक जाए और उस बच्ची को आजादी मिल जाए मेरे पिता। मेरे परमेश्वर तेरे लहू को, तेरी शक्ति को लगाता हूँ और सारे शरीर को पिता परमेश्वर में पवित्र करता हूँ और सारे पैर की इन्फेक्शन खत्म करता हूँ यीशु के नाम से पिता परमेश्वर। मैं दुआ मांगता हूँ पिता परमेश्वर जी से। मेरे पिता परमेश्वर, मैं अपने भाई एडसन सिकंदर के लिए दुआ प्रार्थना करता हूँ पिता परमेश्वर, जो भी उनकी कोई भी फाइनेंशियल जरूरत है, जो भी उनके ऊपर कोई भी दबाव है, जो कोई भी केस है पिता परमेश्वर, उस भाई को आजाद कर दे तेरा आत्मा मेरे पिता मेरे परमेश्वर। तेरा रूह जाए, तेरी शक्ति जाए, तेरी सामर्थ्य उसके पास जाए मेरे प्रभु, और उसको मैं तेरे लहू के अंदर ढाकता हूँ पिता परमेश्वर, धो देता हूँ एक एक अंग को और आत्मा से भरता हूँ पिता परमेश्वर। अब इसी वक्त मेरे भाई एडसन सिकंदर को आजाद कर दो मेरे यीशु मसीह के लहू के द्वारा। और मेरे प्रभु, जहां पे भी मेरा ब्रदर जाए वो ऊंची बुलंदियों को छूता चला जाए। और मेरे प्रभु, ये मैं दुआ प्रार्थना मांगता हूँ हमारे उद्धार करता यीशु मसीह के नाम से मेरे पिता। और मैं दुआ प्रार्थना करता हूँ मेरी बहन रेखा के लिए पिता परमेश्वर, मैं अपनी बहन रेखा को तेरे हाथों में लेकर आ रहा हूँ मेरे यीशु राजा। और पिता परमेश्वर, इसी क्षण उस बच्ची के ऊपर तेरे स्वर्गीय दूत जाएं जो बच्ची की अगुवाई करते रहे पिता परमेश्वर। मेरे प्रभु, हम दुआ प्रार्थना करते हैं अपनी बहन रेखा के लिए प्रभु, डिलीवरी के टाइम उनको संभाल के रखना, और मैं घोषित करता हूँ कि नॉर्मल डिलीवरी हो जाए यीशु के नाम से पिता परमेश्वर। पिता परमेश्वर, और नॉर्मल डिलीवरी की घोषणा करता हूं मेरे पिता। और पिता परमेश्वर, मैं अपने भाई के लिए और चर्च बिल्डिंग के लिए पिता परमेश्वर जगह की प्रबंध कर देता हूँ यीशु के नाम से प्रभु। ये सारी चर्च का प्रबंध हो जाए, आपके स्वर्गीय तेज धन को खोल दिया जाए मेरे पिता परमेश्वर। और पिता परमेश्वर, धन की बारिश करो ताकि हम जगह लेने में कामयाब हो जाएं और आपके लोगों को बचाने में कामयाब हो जाएं मेरे पिता परमेश्वर। मैं देख रहा हूँ इस भाई के पास एक अच्छी जगह मिल चुकी है जहां पे पिता परमेश्वर आपका पवित्र स्थान बनाया जाएगा, जहां पे आपके पवित्र लोग बैठेंगे और आपके नाम की आराधना करेंगे। आओ पवित्र आत्मा जी, ये सब जो काम मांगे हैं वो पूरे करो यीशु के नाम से पिता परमेश्वर मांगते हैं पिता परमेश्वर जी से। और प्रभु जी, मैं बेटी बच्ची के लिए दुआ प्रार्थना करता हूँ जो असम में रहती है पिता परमेश्वर, ज्योति दीप, जिसको बुखार है पिता परमेश्वर, जो परेशानी में चल रही है,
वो बहन अभी इसी वक्त वो परेशानी से दूर हो जाए पिता परमेश्वर। ज्योति दीप को तेरे हाथों में सौंपता हूँ मेरे यहोवा पिता परमेश्वर। सारा बुखार, सारी परेशानी, सारी बीमारी इसी क्षण गायब हो जावे यीशु के नाम से। मेरे प्रभु जी इसी क्षण इस बच्ची को आजाद कर दो और तेरा आत्मा जाए उस बच्ची के पास, अभी इसी बच्ची को सामर्थ से भर दे पिता परमेश्वर। मैं पिता परमेश्वर दिल्ली से जो मेरा भाई अमन है, अमन के लिए प्रार्थना करता हूँ मेरे प्रभु। इसको किडनी की प्रॉब्लम है और मैं इसकी किडनी को नमा कर देता हूँ यीशु के नाम से मेरे पिता। मेरे परमेश्वर इस भाई को तेरे हाथों में सौंपता हूँ। इस भाई को आजाद कर यीशु मसीह नासरी के नाम से पिता परमेश्वर। किडनी नहीं हो जाए मेरे प्रभु। मेरे पिता परमेश्वर आओ पवित्र आत्मा के द्वारा इस बच्ची की अगुवाई करो मेरे पिता परमेश्वर। हम जो सब दुआ मांगते हैं मिलके यीशु मसीह के नाम से, आमेन 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 आमेन। प्रेज द लॉर्ड, प्रेज द लॉर्ड, प्रेज द लॉर्ड। रिक्वेस्ट बोली थी। हाँ जी, हाँ पास्टर जी। जिस ऑस्टिन, अगर हमारे पास कोई ऑनलाइन प्रेयर रिक्वेस्ट है तो प्लीज आप बताइए मुझे। जी पास्टर, अभी तक ऑनलाइन प्रेयर रिक्वेस्ट नहीं आई जी। ओके ओके ओके, आइए हम लोग लास्ट प्रेयर करेंगे और लास्ट प्रेयर करने के बाद पास्टर जी से मैं निवेदन करना चाहूंगा कि वो लास्ट बेनेडिक्शन और आशीष की प्रार्थना लास्ट में करेंगे। और मैं और हम सब मिल करके इस ग्रुप में जितने भी लोग हैं, आइए हम अपने पास्टर जी के ऊपर या उनकी मिनिस्ट्री के लिए हम सब मिल करके एक साथ मिल करके मुस्तफिक होंगे और उनके लिए दुआ करेंगे, उनके सेवकाई के लिए। हालेलुया। This is our job and this is our responsibility to pray for our pastor, to pray for our preacher, those who are in our midst and preaching the good news of God. Hallelujah. This is our responsibility to pray. Hallelujah. आइए हम अपने हाथ को बढ़ाइए और पास्टर जी के लिए और पास्टर जी की फैमिली के लिए और उनके मिनिस्ट्री के लिए, ताकि हर एक चैलेंजेस को वो पार करते हुए खुदा की सेवा कर सके। इवन तो बहुत सारे लोग जो हैं खुदा के सेवा करते समय बहुत सारे हमें पुल डाउन करने की कोशिश करते हैं, लेकिन खुदा अपने दास को ऊंचा बनाए, ऊंचा करे। हालेलुया। हर एक विरोध करने वाली ताकतों को यीशु के नाम में हम सब मिल करके प्रार्थना में गिराएं। हालेलुया। आइए हम प्रार्थना करें, अपने हाथों को बढ़ाओ, अपने पास्टर जी के लिए, पास्टर गुरचरण साहब जी के लिए दुआ करें ताकि खुदा उनको बहुत ऐसे इस्तेमाल करे। हालेलुया। Oh, Rabba Shakatu Rabba, hallelujah, 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 hallelujah। खुदावन एक बार फिर से हम आपके पास आते हैं, आपके कदमों के तले हम प्रार्थना करते हैं परमेश्वर पिता, आज के इस सुंदर से वक्त के लिए जो आपने हम सब के लिए दिया है। आपके दास को हमारे बीच में लेके आए ताकि वो आपके कलाम को हमारे बीच में बोल सके। हालेलुया। खुदा हम प्रार्थना करते हैं हालेलुया यीशु मसीह के नाम में, और प्रभु अपनी आत्मा दुगने अभिषेक से उन्हें इस्तेमाल करना। हालेलुया। ओ प्रभु, उस जमीन पर जहां पे आपने इनको सेवा दी है 100 गुना वो उस जमीन फलवंत होने पाए, और प्रभु उस सेवकाई ओ प्रभु दिन दोगुनी और रात चौगुनी बढ़ने पाए। हालेलुया। दिस इज योर मिनिस्ट्री एंड ही इज योर सर्वेंट। हालेलुया। प्रभु ये आपकी सेवा है और प्रभु ये आपका दास है। ए प्रभु ब्लेस हिम। हालेलुया। बढ़ाना और आशीष देना आपका काम है खुदावंद। हालेलुया। ब्लेस हिम लॉर्ड। आई प्रे प्रोवाइड द building. Hallelujah. Oh church, buildings, hallelujah, in the name of Jesus। यीशु मसीह के नाम में ओ प्रभु एक चर्च बिल्डिंग के लिए खुदावन एक बड़ा ओ प्रभु जी इनके लिए मुहैया होने पाए। हालेलुया। ओ लॉर्ड, सप्लाई all the needs for the church building in the mighty name of Jesus। हालेलुया। खुदावन हम प्रार्थना करते हैं और भी लोगों को लेके आ, और भी प्रभु जी पटियाला में ओ प्रभु इनका चर्चेस होने पाए, एवरीवेयर खुदावन इनके चर्चेस होने पाए, branch churches होने पाए। Let the people will come to learn to saved in your presence, Lord। Hallelujah। तो प्रभु लोग आए आपके दास के जरिए सीखें और बचाए जाने पाए यीशु मसीह के नाम में। हालेलुया। हम प्रार्थना करते हैं पूरे पंजाब के ऊपर प्रभु, आप प्रभु इनके द्वारा बड़ी सेवकाई को खड़ा कर परमेश्वर। खुदा आपका वचन कहता है तू जो छोटा है लेकिन प्रभु हालेलुया तू छोटे झुंड से कहता है हालेलुया परमेश्वर हालेलुया तुझे बढ़ाए। हालेलुया।
हे मेरे खुदावंद, हम प्रार्थना करते हैं पास्टर जी की पूरी फैमिली के लिए। ओ प्रभु उन्हें आशीष कर, अपने हाथों में संभाल परमेश्वर। ओ प्रभु उनको स्पिरिचुअली आशीष कर, फाइनेंशियली उन्हें आशीष कर, फिजिकली उन्हें मजबूत कर, उन्हें हील कर। हालेलुया। ओ प्रभु जो विरोध करने वाली बातें इनको सताते हैं, यीशु मसीह के नाम में उन सब का हम खंडन करते हैं। एंड आई rebuke all the hindrance and obstacles in the mighty name of Jesus. Hallelujah. Oh प्रभु अपने दास को मसा कर, let there be a great revival in the name of Jesus. उनकी सेवकाई में बड़ा रिवाइवल होने पाए। खुदाबंद अपने दास को इस्तेमाल कर। हालेलुया। ओ मेरे खुदाबंद, हम प्रार्थना करते हैं प्रभु जितने भी हालेलुया प्रभु जहां जहां भी प्रभु ये चाहते हैं, आप इनके साथ रहे परमेश्वर पिता। हालेलुया। ए प्रभु परमेश्वर पिता, अपने दास को आशीष दे, अपने दास को दर्शन दे प्रभु, अपने दास को प्रभु और आशीष दे मेरे खुदावंद। हालेलुया। ओ राबा बाबा शांतो राबा दे। हालेलुया 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 हालेलुया। ओ माइटी जीसस वी प्रेज यू। हालेलुया। प्रभु मैं इस चैनल के लिए प्रार्थना करता हूं जो आपकी सेवा के लिए है प्रभु, और प्रभु इस चैनल के जरिए बहुत तेरे लोग बचाए जाने पाए, बहुत तेरे लोग आशीष होने पाए, बहुत तेरे लोगों के जिंदगियों में चमत्कार होने पाए। Touch, oh Lord, touch many souls through this channel, oh Lord. In the name of Jesus, I pray. Hallelujah. Oh प्रभु मैं प्रार्थना करता हूं परमेश्वर, जितने लोग नहीं ज्वाइन हो पाए हैं किसी कनेक्टिविटी के कारण प्रभु, उन सबको भी ज्वाइन होने के लिए मदद कर मेरे खुदावंद। हालेलुया। प्रभु इस चैनल को जो स्पॉन्सर करते हैं उन्हें ब्लेस कर, इस चैनल को जो होस्ट करते हैं उन्हें आशीष कर, इस चैनल को जो लीड करते हैं उन्हें संभाल, इस चैनल को जो ब्रॉडकास्ट करते हैं खुदावन आप उन्हें ब्लेस कर। हालेलुया। ओ प्रभु सारा आदर महिमा जलाल खुदावन हम आपको देते हैं। हालेलुया। धन्यवाद के साथ विनती प्रार्थना उद्धार करता अपने प्रिय पुत्र यीशु मसीह के नाम से मांगते हैं, हम सब मिलकर जोर से कहें आमीन आमीन आमीन। प्रेज लॉर्ड प्रेज लॉर्ड। मैं पास्टर जी से निवेदन करना चाहूंगा लास्ट में वो बेनेडिक्शन प्रेयर को आशीष प्रार्थना को करें। पिता परमेश्वर जी ਦਾ ਪਿਆਰ, ਪੁੱਤਰ ਯਿਸੂ ਜੀ ਦਾ ਅਨੁਗ੍ਰਹਿ, ਪਵਿੱਤਰ ਆਤਮਾ ਜੀ ਦੀ ਭਰਪੂਰੀ ਤੇ ਹਜ਼ੂਰੀ ਪਿਤਾ ਪਰਮੇਸ਼ਵਰ ਜੀ ਦੇ ਚਾਹਣ ਵਾਲਿਆਂ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਆਮਦ ਤੱਕ ਹਮੇਸ਼ਾ ਹਮੇਸ਼ਾ ਹੁੰਦੀ ਰਹੇ। ਆਮੀਨ। Amen. 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 Praise the Lord. Hallelujah. Thank you so much, dear pastor. Thank you so much for your precious time. हमें पता है कि आप काफी बिजी हैं, स्टिल आपने हमारे लिए समय निकाला और ताकि हम आपके जरिए खुदा के कलाम को सुन सके और आशीषित हो सके। हालेलुया। और हम विश्वास करते हैं आज हम आशीषित हुए हैं और यहाँ पर जितने भी लोग हैं वो आशीषित हुए हैं। हालेलुया। खुदा का कलाम कभी व्यर्थ नहीं जाता, लेकिन वो फल लेके आता है। हालेलुया। थैंक यू सो मच डियर पास्टर, आप हमारे बीच में आए, खुदा आपको बहुत ब्लेस करे और हम चाहेंगे कि आप और ऐसे ही हमारे साथ जुड़ें और भी हम आपके द्वारा खुदा के कलाम को सुनेंगे। थैंक यू सो मच डियर पास्टर। थैंक यू सो मच। बिल्कुल बिल्कुल। थैंक यू